ਜਿਹੜੇ ਲੋਕਾਂ ਦੀ ਸਿਹਤ ਦੀਆਂ ਗੱਲਾਂ ਕਰਦੇ ਸੀ ਨਾ ਵੀ ਤੁਹਾਡੇ ਸਿਹਤਮੰਦ ਬਣਾ ਦਿਆਂਗੇ, ਤਾਂ ਚਾਰ ਚਾਰ ਬੰਦੇ ਨਾਲ ਲੈ ਕੇ ਤੁਰਨਾ ਪੈਂਦਾ ਵੀ ਹੁਣ ਤੁਰਿਆ ਨਹੀਂ ਜਾਂਦਾ। ਅੱਜ ਕਿਹੋ ਜਿਹੇ ਹਾਲਾਤ ਨੇ ਸਾਡੇ। ਤਰਕਾਲੂ ਜੀ ਮਹਾਰਾਜ ਮੇਰੇ ਕੋਲੇ ਆ ਗਏ ਤੇ ਮੈਨੂੰ ਕਹਿੰਦੇ ਜੀ ਮੈਨੂੰ 3 ਕਾਲ ਦਿੰਦੇ ਆ। ਤੇ ਮੈਂ ਕਿਹਾ ਜੀ 3 ਕਾਲ ਕਿਹੜੇ ਕਿਹੜੇ? ਕਹਿੰਦੇ ਜਿਹੜਾ ਲੰਘ ਗਿਆ ਉਹ ਵੀ ਦਿੰਦਾ, ਜਿਹੜਾ ਹੋਣ ਵਾਲਾ ਕਾਲ ਆ ਇਹ ਵੀ ਦਿੰਦਾ, ਤੇ ਜਿਹੜਾ ਅੱਗੇ ਆਉਣਾ ਉਹ ਵੀ ਦਿੰਦਾ। 20 ਸਾਲ ਹੋ ਗਏ ਮੈਨੂੰ ਪਾਠ ਕਰਾਉਂਦੇ ਨੂੰ ਇੱਥੇ, ਤੇ ਬਾਪੂ ਘਰੇ ਗਿਆ ਨੂੰ ਹਜੇ ਵੀ ਮਾਂ ਭੈਣ ਦੀਆਂ ਗਾਲਾਂ ਕੱਢੀ ਜਾਂਦਾ ਗਾ। ਤਬਦੀਲੀ ਆ ਗਈ। ਵੈਦ ਜੀ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਤੁਹਾਨੂੰ ਬਾਬਾ ਜੀ ਕਹਿ ਕੇ ਸੰਬੋਧਨ ਕਰਾਂ ਜਾਂ ਤੁਹਾਨੂੰ ਵੈਦ ਜੀ ਕਹਿ ਕੇ ਸੰਬੋਧਨ ਕਰਾਂ। ਤੇ ਮੇਰੇ ਵਰਗਾ ਖਾਣੀ ਮੰਗ ਕੇ ਰੋਟੀ ਤੇ ਲੋਕਾਂ ਨੂੰ ਕਹਿਣਾ ਮੈਂ ਤੈਨੂੰ ਅਮੀਰ ਬਣਾ ਦੂੰਗਾ, ਮੇਰੀ ਔਕਾਤ ਨਾਲ ਮੈਂ ਅਮੀਰ ਕਰ ਦੂੰਗਾ। ਆਖਿਰ ਇਸ ਡੇਰੇ ਦੀ ਤੁਹਾਨੂੰ ਬਣਾਉਣ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ? ਲੋਕ ਬਿਮਾਰ ਨੇ ਜੀ, ਮਾਨਸਿਕ ਤੌਰ ਤੇ ਬਿਮਾਰ ਨੇ, ਸਰੀਰਕ ਤੌਰ ਤੇ ਬਿਮਾਰ ਨੇ, ਗ੍ਰਸਤੀ ਜ਼ਿੰਦਗੀ ਨੂੰ ਲੈ ਕੇ ਬਿਮਾਰ ਨੇ। ਦੂਸਰੀ ਗੱਲ ਹੈ ਲੋਕ ਸਟ੍ਰੈਸਫੁਲ ਜ਼ਿੰਦਗੀ ਜਿਉ ਰਹੇ ਹੈ। ਲੋਕ ਸ਼ੁਕਰੀਆ ਦਾ ਭੁੱਲ ਗਏ। ਕੀ ਤੁਹਾਡੇ ਬਾਬੇ ਪਣੇ ਦੇ ਨਾਲ ਸਮਾਜ ਨੂੰ ਕੋਈ ਸੇਧ ਮਿਲੀ? ਪਹਿਲਾ ਮਰਨ ਕਬੂਲ ਕਰ। ਜੇ ਕਬੂਲ ਤੁਸੀਂ ਮੌਤ ਨੂੰ ਕਰਕੇ ਜ਼ਿੰਦਗੀ ਜਿਉਗੇ, ਬਾਕੀ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਅਲਟੀਮੇਟਮ ਆ। ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਅਮਰੀਕਾ ਦੇ ਵਿੱਚ ਕਿਉਂ ਨਹੀਂ ਹੋਇਆ? ਉਹ ਜਿੰਦਾ ਇੱਕ ਤੇ ਕੁੰਜੀਆਂ ਇੰਨੀਆਂ ਲਾ ਕੇ ਫਿਰ ਵੀ ਕੁੰਜੀ ਨਾ ਲੱਗੇ, ਇਹਦਾ ਮਤਲਬ ਹੋ ਸਕਦਾ ਵੈਸੇ ਡੁਪਲੀਕੇਟ ਕੁੰਜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿੱਲ ਜਿੰਨੇ ਸੁਰਾਖ ਦੇ ਨਾਲ ਵੀ ਨਈਆ ਤੁਹਾਡੀ ਡੁੱਬ ਜਾਣੀ ਆ। ਸਤਿ ਸ਼੍ਰੀ ਅਕਾਲ ਜੀ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ, ਇੱਕ ਵਾਰ ਮੁੜ ਤੋਂ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੇਕਲਾ ਵਿਸ਼ਾ ਲੈ ਕੇ। ਕੁਝ ਦਿਨ ਪਹਿਲਾਂ ਅਸੀਂ ਵੈਦ ਜਗਦੀਪ ਹੋਰਾਂ ਦੀ ਇੱਕ ਵੀਡੀਓ ਤੁਹਾਨੂੰ ਦਿਖਾਈ ਸੀ। ਉਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹਨਾਂ ਵੱਲੋਂ ਖੋਲ੍ਹੇ ਗਏ ਡੇਰੇ ਦੀ ਗੱਲ ਕੀਤੀ ਸੀ, ਡੇਰੇ ਦੇ ਵਿੱਚ ਟੈਕਨੀਕਸ ਦੀ ਗੱਲ ਕੀਤੀ ਸੀ ਕਿ ਕਿਸ ਤਰੀਕੇ ਨਾਲ ਔਰ ਕਿਹੋ ਜਿਹੀਆਂ ਗਤੀਵਿਧੀਆਂ ਉਸ ਡੇਰੇ ਦੇ ਵਿੱਚ ਰਹਿੰਦੀਆਂ ਨੇ। ਸੋ ਉਸ ਵੀਡੀਓ ਨੂੰ ਪੋਸਟ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਸਵਾਲ ਆਏ, ਬਹੁਤ ਸਾਰੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਸ਼ੰਕੇ ਨੇ, ਖਦਸ਼ੇ ਨੇ ਉਹ ਪ੍ਰਗਟਾਏ ਨੇ ਕਿ ਆਖਿਰ ਵੈਦ ਜਗਦੀਪ ਹੋਰਾਂ ਨੂੰ ਡੇਰੇ ਦੇ ਵਿੱਚ ਜਾ ਕੇ ਬੈਠਣ ਦਾ ਕਾਰਨ ਕੀ ਰਿਹਾ। ਸੋ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਸਮਝਾਂਗੇ ਕਿ ਡੇਰਾ ਖੋਲ੍ਹਣ ਦੀ ਨੌਬਤ ਕਿਉਂ ਆਈ, ਫਿਰ ਸਮਝਾਂਗੇ ਕਿ ਆਖਿਰ ਉਸ ਡੇਰੇ ਦੇ ਵਿੱਚ ਕਿਹੋ ਜਿਹੀਆਂ ਗਤੀਵਿਧੀਆਂ, ਮਾਡਰਨ ਗਤੀਵਿਧੀਆਂ ਉਹ ਹੁੰਦੀਆਂ ਨੇ। ਇਸ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਜਗਦੀਪ ਹੋਰਾਂ ਨਾਲ, ਵੈਦ ਜਗਦੀਪ ਹੋਰਾਂ ਨਾਲ, ਔਰ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਸ ਡੇਰੇ ਨੂੰ ਲੈ ਕੇ। ਸੋ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਹਾਂ। ਵੈਦ ਜੀ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ। ਧੰਨਵਾਦ ਜੀ ਫਰੂਕੀ ਸਾਹਿਬ, ਤੁਸੀਂ ਇਸ ਯੋਗ ਸਮਝਿਆ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਮਹਾਰਾਜ ਕਿਰਪਾ ਕਰਨ, ਰਲ ਮਿਲ ਕੇ ਆਪਾਂ ਕੁਛ ਨਾ ਕੁਛ ਉਪਰਾਲਾ ਜਿਹੜਾ ਲੱਗੇ ਆ, ਸ਼ਾਇਦ ਕੋਈ ਸਮਾਜ ਦੇ ਵਿੱਚ ਤਬਦੀਲੀ ਆਵੇ, ਇਸ ਤਰ੍ਹਾਂ ਦੀ ਕੋਸ਼ਿਸ਼ ਹੈ ਜੀ। ਜੀ ਤੇ ਵੈਦ ਜੀ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਤੁਹਾਨੂੰ ਬਾਬਾ ਜੀ ਕਹਿ ਕੇ ਸੰਬੋਧਨ ਕਰਾਂ ਜਾਂ ਤੁਹਾਨੂੰ ਵੈਦ ਜੀ ਕਹਿ ਕੇ ਸੰਬੋਧਨ ਕਰਾਂ, ਕਿਉਂਕਿ ਜ਼ਿਆਦਾਤਰ ਲੋਕ ਉੱਥੇ ਤੁਹਾਨੂੰ ਬਾਬਾ ਜੀ ਕਹਿ ਕੇ ਸੰਬੋਧਨ ਕਰ ਰਹੇ ਸੀ। ਪਰ ਮੈਂ ਦੇਖਿਆ ਤੁਹਾਡੇ ਚੋਲਾ ਤਾਂ ਅੱਜ ਵੀ ਨਹੀਂ ਪਾਇਆ ਹੋਇਆ। ਬਾਬਾ ਜੀ ਦੇ ਤਾਂ ਚੋਲੇ ਬੜੇ ਹੁੰਦੇ ਨੇ। ਫਰੂਕੀ ਸਾਹਿਬ ਜਿਹੜੇ ਬਾਬੇ ਦੀ ਗੱਲ ਕੀਤੀ ਹੈ ਨਾ, ਉਹ ਇੱਕੋ ਬਾਬਾ, ਤੇ ਉਹ ਬਾਬਾ ਦੁਨੀਆ ਤੇ ਦੁਬਾਰਾ ਬਾਬਾ ਇਹੋ ਜਿਹਾ ਪੈਦਾ ਨਹੀਂ ਹੋ ਸਕਦਾ। ਉਹ ਬਾਬਾ ਹੈਗਾ ਬਾਬਾ ਨਾਨਕ। ਉਹ ਬਾਬੇ ਦੀ ਗੱਲ ਕੁਛ ਹੋਰ ਹੈ। ਜਿਹੜੇ ਬਾਬੇ ਨੇ ਉਹਨਾਂ ਲੋਕਾਂ ਨੂੰ ਨਿਖਾਰਤਾ ਜਿਨ੍ਹਾਂ ਦੇ ਉੱਤੇ ਗਲ ਤੱਕ ਦੀ ਮੈਲ ਚੜੀ ਹੋਈ ਸੀਗੀ, ਜਿਹਨੂੰ ਕੋਈ ਦੁਨੀਆ ਦੇ ਉੱਤੇ ਧੋ ਨਹੀਂ ਸੀ ਸਕਿਆ। 4 ਉਦਾਸੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ, ਚਾਹੇ ਉਹ ਸਿੱਧ ਨੇ ਤੇ ਚਾਹੇ ਕੌਡੇ ਰਾਖਸ਼ਰਗੇ ਨੇ, ਤੇ ਚਾਹੇ ਉਹ ਜਾਤ ਬਰਾਦਰੀ ਦੀ ਮੈਲ ਸੀਗੀ, ਚਾਹੇ ਉਹ ਊਚ ਨੀਚ ਦੀ ਮੈਲ ਸੀਗੀ, ਤੇ ਚਾਹੇ ਉਹ ਪਖੰਡਵਾਦ ਦੀ ਮੈਲ ਸੀਗੀ। ਜੋ ਕੁਛ ਦੁਨੀਆ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਚਮਤਕਾਰ ਕਰਕੇ ਦਿਖਾਇਆ, ਮੈਂ ਸਮਝਦਾ ਵੀ ਸਾਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰਨਾ ਚਾਹੀਦਾ। ਲੋਕ ਕਿੰਨਾ ਮਰਾਸੀਆਂ ਦੇ ਗਲਾਂ ਦੇ ਵਿੱਚ ਮਾਡਲ ਟੋਕਣ ਪਾਈ ਫਿਰਦੇ ਆ ਕਿ ਸਾਨੂੰ ਪਾਰ ਲੰਘਾ ਦੂਗਾ। ਕੋਈ ਦੁਨੀਆ ਤੇ ਐਸਾ ਮਾਡਲ ਪੈਦਾ ਹੋ ਸਕਦਾ ਜਿਹਦੀ ਅੱਜ ਨਾਸਾ ਕਹਿ ਰਿਹਾ ਹੈਗਾ ਵੀ ਇੱਕੋ ਬੰਦਾ ਹੈਗਾ ਜਿਹਨੇ ਲਿਖਿਆ ਵੀ ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਜਿਹਦੀ ਆਪਣੀ
ਜ਼ੁਬਾਨੀ ਇਹ ਗੱਲ ਉਤਰੀ ਹੋਵੇ, ਸਾਕਸ਼ਾਤ ਧੁਰਕੀ ਬਾਣੀ ਆਈ ਹੋਵੇ ਵੀ ਤੂੰ ਗਿਣਤੀ ਕਰੇਂਗਾ ਵੀ ਕਿੰਨੇ ਚੋਰ ਤੇ ਠੱਗ ਨੇ, ਤੂੰ ਤਾਂ ਗਿਣਤੀ ਨਹੀਂ ਕਰ ਸਕਦਾ, ਕਿਉਂਕਿ ਤੈਨੂੰ ਤਾਂ ਆਪਣੀ ਕੰਧ ਦੇ ਪਾਰ ਕੀ ਹੋ ਰਿਹਾ ਉਹਦਾ ਨਹੀਂ ਪਤਾ ਲੱਗਦਾ। ਅਸੀਂ ਉਸ ਰੋਲ ਮਾਡਲ ਨੂੰ ਬਹੁਤ ਛੋਟਾ ਕਰਕੇ ਤੇ ਦੂਜੇ ਰੋਲ ਮਾਡਲਾਂ ਨੂੰ ਵਧਾਤਾ, ਕਿਉਂਕਿ ਦੂਜੇ ਜਵਾਬ ਦਿੰਦੇ ਆ, ਉੱਥੇ ਜਵਾਬ ਮਿਲਣਾ ਹੈ ਤੁਹਾਡੀ ਮੱਤ ਅਨੁਸਾਰ। ਇਸ ਕਰਕੇ ਉਹਦੀ ਗੱਲ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਾ ਕਿ ਤੁਸੀਂ ਅਗਰ ਪਾਰ ਲੰਘਣਾ ਤੇ ਫਿਰ ਨਈਆ ਦੇ ਵਿੱਚ ਅਗਰ ਕਿੱਲ ਜਿੰਨਾ ਵੀ ਸੁਰਾਖ ਹੋਊਗਾ ਨਾ, ਤੇ ਕਿੱਲ ਜਿੰਨੇ ਸੁਰਾਖ ਦੇ ਨਾਲ ਵੀ ਨਈਆ ਤੁਹਾਡੀ ਡੁੱਬ ਜਾਣੀ ਆ। ਤੇ ਮੇਰਾ ਸਵਾਲ ਅਗਲਾ ਇਹ ਹੈ ਤੁਹਾਡੇ ਤੋਂ ਕਿ ਬਾਬੇ ਹੁੰਦੇ ਨੇ, ਇੱਕ ਉਹਨਾਂ ਦਾ ਬਾਬਿਆਂ ਦੀ ਵਸਤਰ ਹੁੰਦੇ ਨੇ, ਉਹਨਾਂ ਦੀ ਇੱਕ ਰੂਪ ਰੇਖਾ, ਇੱਕ ਕਿਹਾ ਜਾਂਦਾ ਕਿ ਉਹਨਾਂ ਦਾ ਇੱਕ ਸਪੈਸ਼ਲ ਕੱਪੜੇ ਹੁੰਦੇ ਨੇ। ਤੁਹਾਡੇ ਨਾ ਉਹ ਕੱਪੜੇ, ਤੁਹਾਡੇ ਵਿੱਚ ਨਾ ਉਹ ਬਾਬਿਆਂ ਵਾਲੀਆਂ ਗੱਲਾਂ, ਤੇ ਫਿਰ ਲੋਕ ਤੁਹਾਨੂੰ ਬਾਬਾ ਕਿਉਂ ਕਹਿੰਦੇ ਨੇ? ਫਰੂਕੀ ਸਾਹਿਬ, ਜੇ ਕੱਪੜਿਆਂ ਨੂੰ ਇਕੱਲਿਆਂ ਨੂੰ ਮੱਥੇ ਟੇਕਣੇ ਤਾਂ ਥਾਨਾਂ ਦੇ ਥਾਨ ਕੱਪੜਿਆਂ ਦੇ ਪਏ ਆ, ਟੇਕ ਲਿਆ ਕਰਨ ਮੱਥੇ ਜਾ ਕੇ, ਚਿੱਟੇ ਨੂੰ, ਭਗਵੇਂ ਨੂੰ, ਲਾਲ ਨੂੰ, ਗੇਰੂ ਨੂੰ, ਹੋਰ ਬਹੁਤ ਤਰ੍ਹਾਂ ਦੇ ਕੱਪੜੇ ਆ। ਪ੍ਰੈਕਟੀਕਲ ਜ਼ਿੰਦਗੀ 'ਚ ਜੀਵਨ ਕੀ ਕਹਿੰਦਾ ਤੁਹਾਡਾ? ਕੀ ਤੁਹਾਡੇ ਬਾਬੇ ਪਣੇ ਦੇ ਨਾਲ ਸਮਾਜ ਨੂੰ ਕੋਈ ਸੇਧ ਮਿਲੀ? ਕੀ ਤੁਹਾਡੇ ਬਾਬੇ ਪਣੇ ਦੇ ਨਾਲ ਅਸੀਂ ਉਹ ਸੇਧ ਦੇ ਸਕੇ? ਕੀ ਤੁਹਾਡੇ ਬਾਬੇ ਬਣਨ ਦੇ ਨਾਲ ਅਸੀਂ ਈਰਖਾ ਖਤਮ ਕਰ ਸਕੇ? ਕੀ ਤੁਹਾਡੇ ਬਾਬੇ ਪਣੇ ਦੇ ਨਾਲ ਅਸੀਂ ਗਰੀਬ ਦੀ ਮੁੱਖ ਤੇ ਗੁਰੂ ਦੀ ਗੋਲਖ ਦਾ ਪ੍ਰਚਾਰ ਕਰ ਸਕੇ? ਕੀ ਅਸੀਂ ਲੋਕ ਤਾਂ ਠੰਡ ਨਾਲ ਮਰ ਰਹੇ ਆ ਤੇ ਮੇਰੀਆਂ ਕੋਟੀਆਂ ਤੋਂ ਕੀ ਲੈਣਾ, ਮੇਰੀਆਂ ਪੇਟੀਆਂ 'ਚ ਪਏ ਖੇਸ ਤੇ ਕੰਬਲਾਂ ਤੋਂ ਕੀ ਲੈਣਾ? ਕੀ ਉਹ ਕੰਬਲ ਤੇ ਖੇਸ, ਰਜਾਈਆਂ ਪੇਟੀ 'ਚ ਪਏ ਕਿਸੇ ਦੀ ਠੰਡ ਹਟਾ ਦੇਣਗੇ? ਇਹ ਕੰਬਲ ਕਿਸੇ ਨੇ ਓੜੇ ਹੁੰਦੇ, ਕਿਸੇ ਗਰੀਬ ਦੇ ਘਰੇ ਗਏ ਹੁੰਦੇ, ਗਰੀਬ ਸ਼ਬਦ ਵੀ ਮੈਂ ਵਰਤਣਾ ਨਹੀਂ ਚਾਹੁੰਦਾ, ਅਮੀਰ ਸਿਰਫ ਗੁਰੂ ਗ੍ਰੰਥ ਸਾਹਿਬ ਨੇ, ਔਰ ਦੁਨੀਆ ਦੇ 10 ਗੁਰੂਆਂ ਤੋਂ ਅਮੀਰ ਬੰਦਾ ਕੋਈ ਦੁਨੀਆ ਤੇ ਪੈਦਾ ਨਹੀਂ ਹੋ ਸਕਦਾ। ਅਸੀਂ ਤਾਂ ਹਾਈ ਗਰੀਬ, ਹਾਈ ਮੰਗ ਤੇ ਮੇਰੇ ਵਰਗਾ ਖਾਣੀ ਮੰਗ ਕੇ ਰੋਟੀ ਤੇ ਲੋਕਾਂ ਨੂੰ ਕਹਿਣਾ ਮੈਂ ਤੈਨੂੰ ਅਮੀਰ ਬਣਾ ਦੂੰਗਾ। ਮੇਰੀ ਔਕਾਤ ਨਾਲ ਮੈਂ ਅਮੀਰ ਕਰ ਦੂੰਗਾ? ਮੇਰੀ ਔਕਾਤ ਆ, ਮੈਂ ਕਿਸੇ ਨੂੰ ਪਾਰ ਲੰਘਾ ਸਕਦਾ? ਮੈਂ ਸਿੰਪਲ ਉਦਾਹਰਨ ਦੇਵਾਂ ਜੀ, ਮੈਂ ਜਦੋਂ ਇਹ ਡੇਰੇਵਾਦ ਦੀ ਗੱਲ 'ਚ ਆਇਆ ਤੇ ਇੱਥੇ ਲੋਕ ਆਏ ਮੇਰੇ ਕੋਲ, ਕਹਿੰਦੇ ਜੀ ਥੋੜਾ ਪਾਉਣਾ। ਮੈਂ ਕਾਹਦਾ ਥੋੜਾ? ਕਹਿੰਦੇ ਜੀ ਥੋੜਾ ਪਾਉਣ ਦੇ ਨਾਲ ਫੂਕ ਮਾਰ ਦਿਓ। ਮੈਂ ਕਿਹਾ ਮੈਂ ਤੁਹਾਡੇ ਮੱਥੇ 'ਤੇ ਤਾਂ ਫੂਕ ਮਾਰ ਸਕਦਾ, ਪਰ ਜੇ ਤਾਪ ਮੈਨੂੰ ਆਪ ਚੜ੍ਹ ਜੇ ਮੈਂ ਆਪ ਦੇ ਫੂਕ ਮਾਰ ਸਕਦਾ? ਫਰੂਕੀ ਸਾਹਿਬ, ਜੇ ਆਪ ਦੇ ਫੂਕ ਮਾਰਨੀ ਹੈ ਨਾ ਤੇ ਮੱਥਾ ਉੱਥੇ ਟੇਕਣਾ ਪੈਣਾ ਜਿਹੜਾ ਦੁਨੀਆ ਦੀਆਂ ਫੂਕਾਂ ਮਰਵਾਉਂਦਾ ਹੈਗਾ। ਜਦੋਂ ਤੱਕ ਮਨ ਇਸ ਨਿਮਰਤਾ ਤੱਕ ਨਹੀਂ ਨਾ ਜਾਂਦਾ, ਉਦੋਂ ਤੱਕ ਮੱਤ ਉੱਚੀ ਨਹੀਂ ਹੋ ਸਕਦੀ। ਤੇ ਮੱਤ ਉੱਚੀ ਹੋਣ ਵਾਸਤੇ, ਮੱਤ ਉੱਚੀ ਕਰਨ ਵਾਸਤੇ ਉਸ ਸੱਚੇ ਸਤਿਗੁਰੂ ਨੂੰ ਆਪ ਪਰਮੇਸ਼ਰ ਬਣਨਾ ਪੈਣਾ, ਆਪ ਨੂੰ ਇਸ ਗੱਲ ਤੱਕ ਲਿਆਉਣਾ ਪੈਣਾ ਕਿ ਤੂੰ ਸੱਚੇ ਪਾਤਸ਼ਾਹ ਪਰਮੇਸ਼ਰ ਹੈ, ਅਸੀਂ ਤੇਰੇ ਪਰਮੇਸ਼ਰ ਦੇ ਬੱਚੇ ਹਾਂ, ਤੇ ਸਾਡੇ 'ਚ ਤੂੰ ਸਮੱਤ ਨਿਮਰਤਾ, ਇੰਨੀ ਨਿਮਰਤਾ ਬਖਸ਼ ਦੇ ਕਿ ਦੀਦਾਰ ਹੋ ਕੇ ਬੰਦੇ ਨੂੰ ਸਮਝ ਲੱਗ ਜੇ ਬਰਮਾ ਅੱਜ ਜਿੰਨੇ ਤਰ੍ਹਾਂ ਦੇ ਭਰਮ ਨੇ, ਵਹਿਮ ਨੇ, ਤੇ ਜਿੰਨੇ ਤਰ੍ਹਾਂ ਦੇ ਅਸੀਂ ਅੱਜ ਲੋਕ ਉਲਝੇ ਹੋਏ ਆ, ਉਹ ਗੱਠਾਂ ਇੰਨੀਆਂ ਉਲਝੀਆਂ ਹੋਈਆਂ, ਡੋਰ ਇੰਨੀ ਉਲਝੀ ਹੋਈ ਹੈ, ਉਹਦਾ ਕਿਤੇ ਨਾ ਕਿਤੇ ਕੋਈ ਕਿਨਾਰਾ ਮਿਲ ਜੇ ਤੇ ਉਹ ਡੋਰ ਸੁਲਝ ਜੇ। ਤੇ ਫਿਰ ਇੱਥੇ ਤੁਹਾਡੇ ਡੇਰੇ ਦੇ ਵਿੱਚ ਡਾਕਟਰ ਸਾਹਿਬ ਕਿਹੋ ਜਿਹੀਆਂ ਗਤੀਵਿਧੀਆਂ ਚੱਲਦੀਆਂ ਨੇ? ਬੜਾ ਮਾਡਰਨ ਕਿਸਮ ਦਾ ਤੁਸੀਂ ਡੇਰਾ ਇਹ ਬਣਾਇਆ ਹੋਇਆ, ਇੱਥੇ ਕਿਹੋ ਜਿਹੀ ਗਤੀਵਿਧੀਆਂ ਕੀ ਰਹਿੰਦੀਆਂ ਨੇ ਤੇ ਮੋਟਿਵ ਦੱਸੋ ਸਾਨੂੰ, ਆਖਿਰ ਇਸ ਡੇਰੇ ਦੀ ਤੁਹਾਨੂੰ ਬਣਾਉਣ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ? ਫਰੂਕੀ ਸਾਹਿਬ, ਲੋਕਾਂ ਦੇ ਵਿੱਚ ਪ੍ਰੇਮ ਦੀ ਭਾਸ਼ਾ ਬਹੁਤ ਦੂਰ ਚਲੀ ਗਈ। ਲੋਕ ਕਹਿੰਦੇ ਮੈਂ ਪ੍ਰੇਮ ਬਹੁਤ ਕਰਦਾ। ਜੇ ਮੈਂ ਪ੍ਰੇਮ ਦੀ ਪਰਿਭਾਸ਼ਾ ਕਰਾਂ ਤੇ 1 ਲੱਖ ਪ੍ਰੇਮ ਦੇ ਅਰਥ ਮੈਂ ਹੁਣ ਕਿਤਾਬਾਂ ਵੀ ਲਿਖ ਰਿਹਾ, 2-3 ਕਿਤਾਬਾਂ ਇੱਥੇ ਬੈਠ ਕੇ ਥੋੜ੍ਹਾ ਮੌਕਾ ਮਿਲਦਾ ਕਿਉਂਕਿ ਹਰਿਦੁਆਰ ਵੀ ਹੈ ਤੇ 1-2 ਡੇਰੇ ਹੋਰ ਵੀ ਬਣਾਉਣ ਲੱਗੇ ਆ। ਪ੍ਰੇਮ ਦੀ ਪਰਿਭਾਸ਼ਾ ਲੋਕ ਕਹਿੰਦੇ ਜੀ ਮੈਨੂੰ ਬਹੁਤ ਪ੍ਰੇਮ ਹੈ। ਮੈਂ ਕਿਹਾ ਕਿਹੜਾ ਢਿੱਲਾ ਪ੍ਰੇਮ ਹੈ ਕਿ ਕਿਹੜਾ ਪ੍ਰੇਮ? ਹੁਣ ਪ੍ਰੇਮ ਦੀ ਪਰਿਭਾਸ਼ਾ ਸਮਝਣ ਦੀ ਕੋਸ਼ਿਸ਼ ਜੇ ਕਰੀਏ, ਹੁਣੇ ਤੁਹਾਨੂੰ ਟੈਲੀਫੋਨ ਆ ਜਾਏ ਕਿ ਘਰੇ ਅੱਗ ਲੱਗ ਗਈ ਤੇ ਤੁਹਾਡੀ ਗੱਡੀ ਦੀ ਸਪੀਡ ਦੇਖੋ ਇੱਥੋਂ ਘਰੇ ਜਾਂਦੇ ਦੀ ਕਿੰਨੀ ਹੈ। ਕੀ ਕਦੇ ਇੰਨੀ ਸਪੀਡ ਦੇ ਨਾਲ
ਮੈਂ ਪ੍ਰਮਾਤਮਾ ਦੇ ਘਰੇ ਜਾਣ ਦੀ ਕੋਸ਼ਿਸ਼ ਕੀਤੀ। ਗੱਲ ਤਾਂ ਮੈਂ ਕਰਦਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮੈਂ ਗੱਲ ਉਹ ਪ੍ਰੇਮ ਦੀ ਕਰ ਰਿਹਾ ਕਿ ਇੰਨੀ ਸਪੀਡ ਦੇ ਨਾਲ ਮੈਂ ਗਿਆ। ਕਾਰੋਬਾਰ ਜਾਣ ਤੋਂ ਪਹਿਲਾਂ ਕਦੇ ਮੇਰੇ ਕੋਲ ਇੰਨੀ ਸਪੀਡ ਨਾਲ ਮੈਂ ਗੁਰਦੁਆਰੇ, ਮੰਦਰ, ਮਸੀਤ, ਜਿਹੜੇ ਵੀ ਧਰਮ ਦੇ ਵਿੱਚ ਮੈਂ ਪੈਦਾ ਹੋਇਆ, ਜਿਹੜੇ ਧਰਮ ਨੂੰ ਮੈਂ ਮੰਨਦਾ, ਕੀ ਮੈਂ ਇੰਨੀ ਸਪੀਡ ਦੇ ਨਾਲ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਹੈ? ਮੈਂ ਤਾਂ ਢਿੱਲਾ ਜਿਹਾ ਪ੍ਰੇਮ ਕਰਦਾ ਵੀ ਸੰਡੇ ਵਾਲਾ ਦਿਨ ਹੈ, ਚਲੋ ਹੋਰ ਕਿਤੇ ਨਹੀਂ ਜਾਣਾ, ਆਪਾਂ ਇੱਧਰ ਘੁੰਮੇ ਆਉਂਦੇ ਹਾਂ ਜੀ, ਪਾਰਕ 'ਚ ਘੁੰਮੇ ਆਉਂਦੇ ਹਾਂ, ਟਾਈਮ ਪਾਸ ਕਰਦਾ। ਪਰ ਉੱਥੇ ਢਿੱਲਿਆਂ ਨੂੰ ਕਿੱਥੋਂ ਜਾ ਕੇ ਗੱਲ ਬਣੇ। ਦੂਸਰੀ ਗੱਲ, ਮੌਤ ਦਾ ਨਿਸ਼ਾਨਾ ਰੱਖ ਕੇ ਜ਼ਿੰਦਗੀ ਜਿਉਣੀ ਪੈਣੀ ਹੈ। ਜਦੋਂ ਤੱਕ ਤੁਸੀਂ ਇਸ ਕੁੰਜੀ ਨੂੰ ਨਹੀਂ ਸਮਝਦੇ ਕਿ ਪਹਿਲਾ ਮਰਨ ਕਬੂਲ ਕਰ, ਜੇ ਕਬੂਲ ਤੁਸੀਂ ਮੌਤ ਨੂੰ ਕਰਕੇ ਜ਼ਿੰਦਗੀ ਜਿਉਗੇ, ਬਾਕੀ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਅਲਟੀਮੇਟਮ ਆ। ਹਰ ਚੀਜ਼ ਦਾ ਤੁਹਾਨੂੰ ਅਲਟੀਮੇਟਮ ਆ। ਤੁਸੀਂ ਗੱਡੀ ਚਲਾਉਣੀ ਹੈ, ਤੇਲ ਦੀ ਅਲਟੀਮੇਟਮ ਆ। ਕਾਰ ਦੇ ਮੀਟਰ ਦੱਸ ਰਹੇ, ਸਪੀਡੋਮੀਟਰ ਨੇ, ਜਾਣ ਆਉਣ ਦੇ ਮੀਟਰ ਨੇ, ਲਾਲ ਬੱਤੀਆਂ ਦਾ ਮੀਟਰ ਆ, ਹਰ ਚੀਜ਼ ਦਾ ਇੱਕ ਮੀਟਰ ਆ। ਪਰ ਮੌਤ ਦਾ ਮੀਟਰ ਉਹਨੇ ਆਪ ਰੱਖਿਆ। ਨਾ ਵਟਸਐਪ 'ਤੇ ਮੈਸੇਜ ਆਉਣਾ, ਨਾ ਮੇਲ ਆਉਣੀ ਆ, ਟਵਿੱਟਰ 'ਤੇ ਮੈਸੇਜ ਆਉਣਾ, ਅਤੇ ਨਾ ਕਿਸੇ ਨੇ ਤੁਹਾਨੂੰ ਮੈਸੇਜ ਕਰਕੇ ਦੱਸਣਾ ਵੀ ਮੈਂ ਆਉਣ ਲੱਗੀ ਹਾਂ। ਨੰਬਰ ਤੀਸਰਾ, ਜਦੋਂ ਤੁਸੀਂ ਉਹਦੇ ਪ੍ਰੇਮ ਦੇ ਵਿੱਚ ਰੰਗੇ ਜਾਂਦੇ ਹੋ ਨਾ, ਫਿਰ ਤੁਹਾਨੂੰ ਬਾਕੀ ਚੀਜ਼ਾਂ ਦੀ ਮੈਲ ਤੁਹਾਡੀ ਉਤਰਨੀ ਸ਼ੁਰੂ ਹੁੰਦੀ ਹੈ। ਤੁਸੀਂ ਇੱਕ ਯੋਗਤਾ ਮਹਿਸੂਸ ਕਰਦੇ ਹੋ ਕਿ ਜਿੱਥੇ ਜਿਹੜੀਆਂ ਚੀਜ਼ਾਂ ਦੀ ਲੋੜ ਹੈ, ਮੈਂ ਕਿਵੇਂ ਮੇਰੀਆਂ ਸਹੂਲਤਾਂ ਦੇ ਨਾਲ ਪ੍ਰੋਵਾਈਡ ਕਰਾ ਸਕਦਾ ਹੈ। ਇੱਕ ਛੋਟੀ ਜਿਹੀ ਨਾਲੀ ਦੇ ਵਿੱਚੋਂ ਪਾਣੀ ਵਗ ਰਿਹਾ ਗਾ, ਕਦੋਂ ਨਾਲੀਆਂ ਜਾ ਕੇ ਵੱਡੇ ਨਾਲਿਆਂ 'ਚ ਪੈ ਗਈਆਂ, ਵੱਡੇ ਨਾਲਿਆਂ ਦੇ ਵਿੱਚੋਂ ਕੱਸੀਆਂ 'ਚ ਬਹਿ ਗਈਆਂ, ਅਤੇ ਕੱਸੀਆਂ ਦੇ ਵਿੱਚੋਂ ਨਹਿਰ ਦੇ ਵਿੱਚ ਵਹਿ ਗਈਆਂ, ਅਤੇ ਨਹਿਰਾਂ ਜਾ ਕੇ ਕਦੋਂ ਸਮੁੰਦਰ ਦੇ ਵਿੱਚ ਵਹਿ ਗਈਆਂ। ਅੱਖਾਂ ਮੀਚ ਕੇ ਵਹੀ ਤੁਰੀਆਂ ਜਾਂਦੀਆਂ ਨੇ ਅਤੇ ਇੱਕ ਦਿਨ ਸਮੁੰਦਰ ਬਣ ਜਾਂਦੀਆਂ ਨੇ। ਅੱਜ ਬੰਦਾ ਇੰਨੀਆਂ ਕੁ ਔਕੜਾਂ ਨੇ ਕਿ ਮੈਂ ਹਰ ਚੀਜ਼ ਨੂੰ ਆਪਣੇ ਮੁਤਾਬਕ ਢਾਲਣਾ ਚਾਹੁੰਦਾ ਹੈ। ਉਹ ਢਾਲੀ ਕਿਵੇਂ ਜਾ ਸਕਦੀ ਹੈ ਗੱਲ? ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇਂ ਸਾਹੀ ਭਲੀ ਕਾਰ ਦੀ ਜਿੱਥੇ ਆਪਾਂ ਗੱਲ ਕਰਦੇ ਹਾਂ, ਉੱਥੇ ਫਿਰ ਇਹ ਕੱਪੜੇ, ਰੰਗ, ਮਾਡਲ, ਜ਼ਿੰਦਗੀਆਂ, ਜਾਤ ਬਰਾਦਰੀ, ਊਚ ਨੀਚ, ਪ੍ਰਥਾ, ਸੰਪਰਦਾਵਾਂ, ਇਹ ਸਾਰੀਆਂ ਛੋਟੀਆਂ ਪੈ ਜਾਂਦੀਆਂ ਨੇ। 4 ਯੁੱਗ ਦੁਨੀਆ 'ਤੇ ਹੋਏ ਹੈ, ਚਾਰੇ ਯੁੱਗ ਇਸ ਸੰਸਾਰ 'ਤੇ ਹੋਏ ਹੈ, ਜਿਹੜੀ ਧਰਤੀ 'ਤੇ ਆਪਾਂ ਰਹੇ ਹਾਂ। ਤੁਸੀਂ ਹੈਰਾਨ ਹੋ ਜਾਓਗੇ, ਸਤਯੁੱਗ, ਤ੍ਰੇਤਾ, ਦੁਆਪਰ ਅਤੇ ਕਲਯੁੱਗ ਅਮਰੀਕਾ ਦੇ ਵਿੱਚ ਕਿਉਂ ਨਹੀਂ ਹੋਇਆ? ਮੈਂ ਅਮਰੀਕਾ ਦੇ ਵਿੱਚ ਜਿਹੜੇ ਫੋਲੋਅਰਸ ਨੇ, ਜਦੋਂ ਉਹਨਾਂ ਨੂੰ ਪ੍ਰਚਾਰ ਕਰਦਾ ਤਾਂ ਮੈਂ ਕਿਹਾ ਵੀ ਸਤਯੁੱਗ, ਤ੍ਰੇਤਾ, ਉਹ ਕਹਿੰਦੇ ਇਹ ਕੀ ਹੁੰਦਾ? ਕਲਯੁੱਗ ਕਹਿੰਦੇ ਇਹ ਕੀ ਹੁੰਦਾ? ਅਸੀਂ ਅੱਜ ਤੱਕ ਚਾਰੇ ਯੁੱਗਾਂ ਤੋਂ ਇੱਕੋ ਗੱਲ ਨਹੀਂ ਸਿੱਖ ਸਕੇ। ਸੌਰੀ ਤੇ ਥੈਂਕ ਯੂ। ਵੱਡੀ ਗੱਲ ਹੈ। ਮੈਂ ਥੈਂਕ ਯੂ ਹੀ ਨਹੀਂ ਕਰਨਾ ਸਿੱਖਿਆ ਹੁਣ ਤੱਕ। 4 ਯੁੱਗ ਜ਼ਿੰਦਗੀ ਦੇ ਹੰਡਾਲੇ, ਬਹੁਤ ਲੰਮਾ ਪੈਂਡਾ ਰਹਿ ਗਏ, ਕਿੱਡੇ ਕਿੱਡੇ ਯੁੱਧ ਦੁਨੀਆ ਦੇ ਵਿੱਚ ਹੋ ਗਏ, ਕਿੱਡੀਆਂ ਲੜਾਈਆਂ ਹੋ ਗਈਆਂ, ਅਰਬਾਂ ਖਰਬਾਂ ਪਤੀ ਬੰਦੇ ਮਰ ਗਏ, ਬਹੁਤ ਬੜੇ ਬੜੇ ਵਿਸ਼ਾਲ ਯੁੱਧ ਇਸ ਧਰਤੀ 'ਤੇ ਹੋਏ ਆ। ਪਰ ਅਜੇ ਤੱਕ ਮੈਂ ਧੰਨਵਾਦ ਹੀ ਨਹੀਂ ਕਰਨਾ ਸਿੱਖਿਆ, ਮੈਂ ਤਾਂ ਕੰਪਲੇਂਟਸ ਕਰਨੀਆਂ ਸਿੱਖੀਆਂ ਨੇ। ਗੁਰੂ ਨਾਨਕ ਨੇ ਰੱਬ ਨਾਲ ਵੀ ਰੁੱਸ ਜੰਨੇ, ਅਸੀਂ ਇੱਕ ਐਂਡ ਤੱਕ ਲਿਜਾ ਕੇ ਪ੍ਰਮਾਤਮਾ ਨੂੰ ਖੜਾਤਾ ਕਿ ਜੇ ਇੱਥੇ ਤੱਕ ਤੂੰ ਮੇਰੇ ਕੰਮ ਕਰਦਾ ਤਾਂ ਤੂੰ ਹੈਗਾ, ਜੇ ਤੂੰ ਨਹੀਂ ਕਰਦਾ ਤਾਂ ਤੂੰ ਹੈ ਹੀ ਨਹੀਂਗਾ। ਕਿੰਨੀ ਮਿੱਠੀ ਬਾਣੀ ਕਹਿੰਦੀ ਆ, ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਸ ਗੁਰੂ ਦੀ ਗੱਲ ਬੁੱਝਣੀ। ਹੁਣ ਕਿਹੜੀ ਗੱਲ ਬੁੱਝਣੀ ਸੀਗੀ? ਗ੍ਰਸਤੀ ਬੰਦੇ ਨੇ ਬੁੱਝਣੀ ਸੀ ਗੱਲ ਕਿ ਗ੍ਰਸਤ ਜ਼ਿੰਦਗੀ ਕਿਵੇਂ ਬੁੱਝਣੀ ਹੈ, ਕਿਵੇਂ ਚਲਾਉਣੀ ਹੈ। ਛੋਟੇ ਸਟੂਡੈਂਟ ਨੇ ਗੱਲ ਬੁੱਝਣੀ ਸੀ, ਮੈਂ ਸਤਿਕਾਰ ਕਿਵੇਂ ਕਰਨਾਗਾ। ਗੱਡੀ ਚਲਾਉਣ ਵਾਲੇ ਡਰਾਈਵਰ ਨੇ ਗੱਲ ਬੁੱਝਣੀ ਸੀ, ਮੇਰਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ। ਪੈਸੇ ਕਮਾਉਣ ਵਾਲੇ ਨੇ ਖਰਚਣ ਦੀ ਗੱਲ ਬੁੱਝਣੀ ਸੀ, ਤੇ ਬਾਬਾ ਜੀ ਜਿਹੜੇ ਮੇਰੇ ਵਰਗਾ ਬੈਠਾ, ਉਹਨੇ ਗੱਲ ਬੁੱਝਣੀ ਸੀ ਕਿ ਜਿਹੜਿਆਂ ਦਾ ਮੇਰੇ ਮੂਹਰੇ ਸਿਰ ਝੁਕਦਾ, ਕਿ ਇਹ ਸਿਰ ਝੁਕਾਉਣ ਵਾਲੇ ਬੰਦੇ ਆ ਜਿਹੜੇ,
ਇਹ ਨਰਕ ਨੂੰ ਲਿਜਾ ਰਹੇ ਹਾਂ ਕਿ ਸਵਰਗ ਨੂੰ ਲਿਜਾ ਰਹੇ ਹਾਂ। ਫਰੂਕੀ ਸਾਹਿਬ, ਜੇ ਆਪਾਂ ਪ੍ਰੈਕਟੀਕਲ ਜ਼ਿੰਦਗੀ ਦੀ ਗੱਲ ਕਰਕੇ ਦੇਖੀਏ, ਜਿੰਦਾ ਇੱਕੋ ਹੀ ਹੈ, ਪਰ ਕੁੰਜੀਆਂ ਚਾਹੇ ਤੁਸੀਂ 10,000 ਬਣਾ ਲਓ, ਕੁੰਜੀ ਉਹੀ ਲੱਗਣੀ ਹੈ, ਚਾਬੀ ਉਹੀ ਲੱਗਣੀ ਹੈ ਜਿਹੜੀ ਉਹਦੇ ਜਿੰਦੇ ਦੀ ਚਾਬੀ ਹੈ। ਅੱਜ ਕੁੰਜੀਆਂ ਦਾ ਕਿਤੇ ਤੋੜਾ, ਕੋਈ ਕਿਸੇ ਚੀਜ਼ ਦੀ ਕੁੰਜੀ ਦੇਈ ਜਾਂਦਾ ਹੈ, ਕੋਈ ਕਹਿੰਦਾ ਚੌਂਕੜੀ ਮਾਰ ਕੇ ਜਪੋ, ਡੁਪਲੀਕੇਟ ਕੁੰਜੀਆਂ ਬੜੀਆਂ ਚੱਲਦੀਆਂ ਨੇ, ਕੋਈ ਕਹਿੰਦਾ ਮਾਲਾ ਭਰ ਕੇ ਜਪੋ, ਕੋਈ ਕਹਿੰਦਾ ਪੁੱਠੇ ਲਮਕ ਜਾਓ, ਕੋਈ ਕਹਿੰਦਾ ਐਂ ਕਰਨਾ ਚਾਹੀਦਾ, ਕੋਈ ਕਹਿੰਦਾ ਓਂ ਕਰਨਾ ਚਾਹੀਦਾ, ਕੋਈ ਕਹਿੰਦੇ ਫਲਾਨੇ ਥਾਂ ਤਾਂ ਐਂ ਨਹੀਂ ਕਰਨਾ, ਕੋਈ ਕਹਿੰਦਾ ਲੱਤ ਪੁੱਠੀ ਰੱਖ ਕੇ ਨਾਮ ਜਪੋ, ਕੋਈ ਕਹਿੰਦਾ ਸਿੱਧੀ ਕਰਕੇ ਜਪੋ, ਕੋਈ ਜਲ ਧਾਰੇ ਕਰੀ ਜਾਂਦਾ, ਕੋਈ ਸੂਰਜ ਨੂੰ ਪਾਣੀ ਚੜਾਈ ਜਾਂਦਾ। ਉਹ ਜਿੰਦਾ ਇੱਕ ਆ ਤੇ ਕੁੰਜੀਆਂ ਇੰਨੀਆਂ ਲਾ ਕੇ ਫਿਰ ਵੀ ਕੁੰਜੀ ਨਾ ਲੱਗੇ, ਇਹਦਾ ਮਤਲਬ ਹੋ ਸਕਦਾ ਵੀ ਅਸੀਂ ਡੁਪਲੀਕੇਟ ਕੁੰਜੀਆਂ ਲਾਉਣੀਆਂ ਸ਼ੁਰੂ ਕਰਤੀਆਂ। ਉਹਦੀ ਤਾਂ ਬੜੀ ਸਰਲ ਜ਼ਿੰਦਗੀ ਸੀਗੀ ਵੀ ਮੇਰੇ ਬਣਾਏ ਸੰਸਾਰ ਦੇ ਵਿੱਚ ਤੂੰ ਦਖਲ ਅੰਦਾਜ਼ੀ ਨਾ ਦੇ, ਕਿਉਂਕਿ ਤੂੰ ਤਾਂ ਕੱਲ ਦਾ ਪ੍ਰਾਹੁਣਾ, ਕਿਰਾਏਦਾਰ ਤੂੰ ਬੰਦਾ ਹੈ। ਫਰੂਕੀ ਸਾਹਿਬ, ਕਿਰਾਏਦਾਰ ਬੰਦਾ ਇੱਕ ਕਿਸੇ ਦੇ ਘਰ 'ਚ ਰਹਿਣ ਲੱਗ ਗਿਆ ਤੇ ਕਿਰਾਏਦਾਰ ਮਾਲਕ ਨੂੰ ਵਕਤ ਦੇਣ ਲੱਗ ਜੇ, ਨਹੀਂ ਨਹੀਂ ਜੀ ਤੁਸੀਂ ਪਿੱਲਰ ਠੀਕ ਕਰਕੇ ਬਣਾਓ, ਉਹ ਕਿਰਾਏਦਾਰਾ ਤੇਰੀ ਕੀ ਮਨਿਆਦ ਆ? ਤੂੰ ਚਲਾਏਂਗਾ ਇਸ ਸੰਸਾਰ ਨੂੰ, ਤੇ ਜੇ ਤੂੰ ਚਲਾ ਸਕਦਾ ਤੇ ਫਿਰ ਅੱਜ ਐਲਾਨ ਕਰਦੇ ਵੀ ਤੂੰ ਮਰਨਾ ਕਿੱਦਾਂ ਹੈ। ਕਰਤਾ ਬਣ ਗਿਆ, ਤੂੰ ਕਰਤਾ ਪੁਰਖ ਨਾ ਬਣ। ਜੇ ਤੂੰ ਕਰਤਾ ਪੁਰਖ ਬਣੇਗਾ ਨਾ ਤੇ ਫਿਰ ਬਹੁਤ ਬੰਦੇ ਸੰਸਾਰ ਤੇ ਉਹਨੇ ਪੈਦਾ ਕੀਤੇ ਆ, ਔਰ ਬੜੇ ਬੜੇ ਕਰਤਾ ਪੁਰਖਾਂ ਨੂੰ ਉਹਨੇ ਕਦੋਂ ਪੜ੍ਹਨੇ ਪਾਤਾ ਇਹ ਪਤਾ ਨਹੀਂ ਲੱਗਣ ਦਿੰਦਾ। ਉਹ ਜਿਹੜੇ ਲੋਕਾਂ ਦੀ ਸਿਹਤ ਦੀਆਂ ਗੱਲਾਂ ਕਰਦੇ ਸੀ ਨਾ ਵੀ ਤੁਹਾਡੀ ਸਿਹਤਮੰਦ ਬਣਾ ਦਿਆਂਗੇ, ਤਾਂ 4-4 ਬੰਦੇ ਨਾਲ ਲੈ ਕੇ ਤੁਰਨਾ ਪੈਂਦਾ ਵੀ ਹੁਣ ਤੁਰਿਆ ਨਹੀਂ ਜਾਂਦਾ। ਉਹ ਕਰਤਾ ਪੁਰਖ ਦੀਆਂ ਰੀਸਾਂ ਨਾ ਕਰੋ, ਉਹ ਕੋਈ ਹੋਰ ਹੈ, ਕਿਉਂਕਿ ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਕਰੋਨਾ ਆਇਆ ਦੁਨੀਆ ਦੇ ਉੱਤੇ, ਹੈਰਾਨੀ ਦੀ ਗੱਲ ਹੈ, ਲੋਕ ਕਹਿੰਦੇ ਸੀਗੇ ਜੀ ਬਾਕੀ ਸਾਰੇ ਕੰਮ ਖੜ ਜਾਣਗੇ, ਜਹਾਜ਼ ਚੱਲਣੋਂ ਬੰਦ ਕਰਾਤੇ। ਇਹਦਾ ਮਤਲਬ ਕਰਤਾ ਪੁਰਖ ਬਹੁਤ ਵੱਡਾ, ਸੰਸਾਰ ਖੜਾ ਸਕਦਾ ਹੈ, ਸਾਰਾ ਕੁਝ ਖੜਾ ਸਕਦਾ ਉਹ। ਤੇ ਫਿਰ ਕਰਤਾ ਪੁਰਖ ਵਾਲੇ ਕਿੱਧਰ ਗਏ? ਕਿੱਧਰ ਗਏ ਜਿਹੜੇ ਲੋਕ ਕਹਿੰਦੇ ਸੀਗੇ ਵੀ ਅਸੀਂ ਫਲਾਨੇ ਥਾਂ ਨਹੀਂ ਜਾਂਦੇ ਤੇ ਸਾਡਾ ਕੰਮ ਖੜਦਾ, ਜੇ ਅਸੀਂ ਫਲਾਨੇ ਥਾਂ ਨਹੀਂ ਪਹੁੰਚਦੇ ਤੇ ਸਾਡਾ ਕੰਮ ਖੜਦਾ। ਉਹ ਜਿਹੜਾ ਕਰਤਾ ਪੁਰਖ ਨੇ ਸੰਸਾਰ ਸਾਜਿਆ, ਉਹਦੀ ਰਿਆਮਤ 'ਚ ਖਿਆਮਤ ਜੇ ਆਪਾਂ ਨਹੀਂ ਕਰਾਂਗੇ, ਇਹਦੇ ਵਾਸਤੇ ਸਾਨੂੰ ਕੁੰਜੀ ਦਿੱਤੀ ਹੈ ਪ੍ਰੇਮ ਦੀ। ਦੁਨੀਆ ਦੇ ਬਾਕੀ ਸਾਰੇ ਕ੍ਰਿਤ ਕਰਨ ਵਾਸਤੇ ਤੁਹਾਡਾ ਜ਼ੋਰ ਲੱਗਦਾ ਹੈ, ਤੁਹਾਨੂੰ ਕਰਮ ਕਰਨੇ ਪੈਣੇ ਹੈ, ਚਾਹੇ ਉਹ ਬੱਚਾ ਪੈਦਾ ਕਰਨਾ ਹੈ, ਚਾਹੇ ਤੁਸੀਂ ਸੰਸਾਰ 'ਤੇ ਜ਼ਿੰਦਗੀ ਜਿਉਣੀ ਹੈ, ਚਾਹੇ ਤੁਸੀਂ ਕੋਈ ਵੀ ਦੁਨੀਆ ਦਾ ਕੰਮ ਕਰਨਾ ਹੈ, ਉਹਦੇ ਲਈ ਤੁਹਾਨੂੰ ਕਰਮ ਕਰਨਾ ਪੈਣਾ ਹੈ। ਪਰ ਇੱਥੇ ਬੈਠੇ ਬੈਠੇ ਗੁਰੂ ਨਾਨਕ ਨਾਲ ਪ੍ਰੇਮ ਕਰ ਲਓ, ਕੋਈ ਕਰਮ ਨਹੀਂ ਕਰਨਾ ਪੈਣਾ। ਇੰਨਾ ਸੌਖਾ ਗਾ ਕਰਮ ਕਰਨਾ। ਲੋਕ ਇੱਥੇ ਆਉਂਦੇ ਆ ਜੀ ਮੈਂ ਬਹੁਤ ਪ੍ਰੇਮ ਕਰਦਾ, ਮੈਂ ਕਿਹਾ ਢਿੱਲੂ ਜਿਹਾ ਪ੍ਰੇਮ, ਤੁਰਿਆ ਜਾਂਦਾ ਸੀਗਾ ਜੀ, ਮੈਂ ਕਿਹਾ ਚਲ 2 ਮਿੰਟ ਤੁਹਾਨੂੰ ਹੀ ਦਰਸ਼ਨ ਕਰ ਜਾ, ਤੇ ਮੈਂ ਕਿਹਾ ਤੁਰਿਆ ਜਾਂਦਾ ਸੀ, ਪਰ ਤੁਰਿਆ ਜਾਣਾ ਸੀ, ਵਿੱਚ ਡਿੱਕਾ ਕਾਹਨੂੰ ਬਣ ਗਿਆ? ਅਸੀਂ ਤਾਂ ਰੋੜੇ ਬਣ ਕੇ ਤੂੰ ਤੁਰੇ ਜਾਂਦੇ ਨੂੰ ਤੈਨੂੰ ਖੜਾ ਲਿਆ। ਜੇ ਤੁਰਿਆ ਜਾਂਦਾ ਸੀ ਪਰ ਤੁਰਿਆ ਜਾ, ਤੂੰ ਡਿੱਕਾ ਨਾ ਬਣਾ। ਤੇ ਜਦੋਂ ਤੂੰ ਘਰੋਂ ਤੁਰਿਆ ਨਾ ਉਸ ਪ੍ਰੇਮ ਨੂੰ ਲੈ ਕੇ, ਉਹ ਕਦੇ ਪ੍ਰਮਾਤਮਾ ਦੇ ਨਾਮ ਨੂੰ ਲੈ ਕੇ, ਕਦੇ ਗੁਰੂ ਗ੍ਰੰਥ ਸਾਹਿਬ ਨੇ ਤੁਰ ਕੇ ਤਾਂ ਦੇਖੋ, ਉਹਨਾਂ ਪ੍ਰੇਮ ਕਰਕੇ ਤੁਹਾਡੀਆਂ ਕਈ ਜੁਗਾਂ ਜੁਗੰਤਰਾਂ ਦੇ ਪਾਪ ਖਤਮ ਹੋ ਜਾਣਗੇ ਜੀ। ਇਹ ਪ੍ਰੇਮ ਦੀ ਭਾਸ਼ਾ ਸਿਖਾਉਣ ਵਾਸਤੇ ਹੁਣ ਆਹ ਕੰਮ ਕਰਨਾ ਸ਼ੁਰੂ ਕੀਤਾ ਹੈ ਜੀ। ਤੇ ਗਤੀਵਿਧੀਆਂ ਕਿਹੋ ਜਿਹੀਆਂ ਰਹਿੰਦੀਆਂ ਨੇ ਜੀ ਫਿਰ ਇੱਥੇ? ਫਰੂਕੀ ਸਾਹਿਬ, ਅੱਜ ਲੋਕ ਬਿਮਾਰ ਨੇ ਜੀ, ਮਾਨਸਿਕ ਤੌਰ 'ਤੇ ਬਿਮਾਰ ਨੇ, ਸਰੀਰਕ ਤੌਰ 'ਤੇ ਬਿਮਾਰ ਨੇ, ਗ੍ਰਸਤੀ ਜ਼ਿੰਦਗੀ ਨੂੰ ਲੈ ਕੇ ਬਿਮਾਰ ਨੇ। ਦੂਸਰੀ ਗੱਲ ਹੈ, ਲੋਕ ਸਟ੍ਰੈਸਫੁਲ ਜ਼ਿੰਦਗੀ ਜਿਉ ਰਹੇ ਹੈ। ਲੋਕ ਸ਼ੁਕਰੀਆ ਦਾ ਭੁੱਲ ਗਏ, ਥੈਂਕ ਯੂ ਤੇ ਸੌਰੀ ਦੀ ਪਰਿਭਾਸ਼ਾ ਭੁੱਲ ਗਏ। ਤੁਸੀਂ ਅਮਰੀਕਾ ਦੀ ਗੱਲ ਕਰਦੇ ਸੀ ਕਿ ਅਮਰੀਕਾ ਦੇ ਵਿੱਚ ਹਰੇਕ ਬੰਦਾ ਹੀ ਸੌਰੀ, ਥੈਂਕ ਯੂ ਉਹਨਾਂ ਦੀ ਜ਼ੁਬਾਨ ਦੇ ਉੱਤੇ, ਇਸੇ ਕਰਕੇ ਅੱਗੇ ਨੇ ਉਹ ਲੋਕ। ਮੈਂ ਹੁਣ ਜਿਵੇਂ ਸਾਰੇ 10 ਕੁ ਦਿਨ ਮੈਨੂੰ ਹਜੇ ਅਮਰੀਕਾ ਤੋਂ ਆਏ ਨੂੰ ਹੋਏ ਆ। ਫਰੂਕੀ ਸਾਹਿਬ, ਜਿੰਨੇ ਵੀ ਅਸੀਂ ਉੱਥੇ ਪ੍ਰੋਗਰਾਮ ਕੀਤੇ ਆ, ਸਿਰਫ ਥੈਂਕ ਯੂ ਤੇ ਸੌਰੀ ਦੇ ਉੱਤੇ ਕੀਤੇ ਆ। ਤੇ ਲੋਕਾਂ ਤੋਂ ਮੈਂ ਵਾਰੇ ਜਾਵਾਂ ਤੇ ਮੇਰਾ ਸਿਰ ਝੁਕਦਾ ਉਹਨਾਂ ਲੋਕਾਂ ਦੇ ਅੱਗੇ। ਇੰਨੀ ਨਿਮਰਤਾ। ਇੱਕ ਬੰਦਾ ਤੁਰਿਆ ਜਾ ਰਿਹਾ ਤੇ ਸਿਰਫ ਤੁਸੀਂ ਉਹਦੇ ਮੂੰਹ ਦੀ ਲੰਘਣਾ ਤਾਂ ਉਹਨੇ ਉੱਥੇ ਖੜ ਜਾਣਾ, ਸੌਰੀ ਸਰ, ਵੀ ਮੈਂ ਤੇਰੀ ਜ਼ਿੰਦਗੀ 'ਚ ਟਿੱਕਾ ਬਣ ਗਿਆ, ਮੇਰੇ ਕਰਕੇ ਤੈਨੂੰ 1 ਸੈਕਿੰਡ ਟਾਈਮ ਰੁਕਣਾ ਪਿਆ।
ਉਹ ਅਸੀਂ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਹੀ ਖੜਾਤੀਆਂ ਜਿਨ੍ਹਾਂ ਨੇ, ਕਿ ਉਹਦੇ ਬਣਾਏ ਹੋਏ ਬੰਦਿਆਂ ਦੀਆਂ ਜ਼ਿੰਦਗੀਆਂ ਜੇ ਅਸੀਂ ਖੜਾਵਾਂਗੇ, ਪਰਮਾਤਮਾ ਸਾਡੇ ਘਰੇ ਖੁਸ਼ੀਆਂ ਲਿਆਊਗਾ। ਤੇ ਇੱਥੇ ਬਿਲਕੁਲ ਉਲਟ ਹੈਗਾ ਸਿਸਟਮ। ਜੇ ਕਿਤੇ ਗਲਤੀ ਨਾਲ ਕਿਸੇ ਧਾਰਮਿਕ ਸਥਾਨ ਦੇ ਉੱਤੇ ਕਿਸੇ ਦਾ ਮੋਬਾਈਲ ਵੱਜ ਜੇ ਤੇ ਉਹਦੇ ਕੰਨੀ ਤੇ ਅੱਖਾਂ ਇਸ ਤਰੀਕੇ ਨਾਲ ਕੱਢ ਲੈਂਦੇ ਨੇ ਵੀ ਸਭ ਤੋਂ ਵੱਡਾ ਜ਼ਾਲਮ ਹੀ ਦੁਨੀਆ ਤੇ ਇਹ ਹੈ। ਜਿਹਦੇ ਦਰ ਤੇ ਅਸੀਂ ਜਾ ਕੇ ਸਾਰਾ ਕੰਮ ਕਰਦੇ ਆ ਨਾ, ਉਹਦੇ ਦਰ ਤੇ ਮਨਜ਼ੂਰੀ ਦਾ ਸਰਟੀਫਿਕੇਟ ਕਿਸੇ ਨੂੰ ਨਹੀਂ ਮਿਲਦਾ। ਮੈਂ ਕਿਸੇ ਦੇ ਦਰ ਤੇ ਗਿਆ, ਉਨੇ ਹੀ ਬੰਦੇ ਹਾਲ 'ਚ ਬੈਠੇ ਸੀ, ਉਨੇ ਹੀ ਬੰਦੇ ਬਾਹਰ ਘੁੰਮੀ ਜਾਂਦੇ ਸੀਗੇ। ਤੇ ਬਾਹਰ ਜਿਹੜੇ ਘੁੰਮਦੇ ਸੀ ਬੰਦੇ, ਉਹਨਾਂ ਨੂੰ ਮੈਂ ਪੁੱਛਿਆ ਤੁਸੀਂ ਇੱਥੇ ਕਰਨ ਕੀ ਆਏ ਹੋ? ਕਹਿੰਦੇ ਜੀ ਮੱਸਿਆ ਨਹਾਉਣ ਆਏ ਸੀ। ਮੈਂ ਕਿਹਾ ਮੱਸਿਆ ਨਹਾ ਕੇ ਫਿਰ ਅੰਦਰ ਬਹਿਣਾ ਸੀ? ਕੁਛ ਗੱਲ ਸੁਣਨੀ ਸੀ, ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣਨੇ ਸੀਗੇ। ਉਹ ਕਹਿੰਦੇ ਨਹੀਂ, ਇਹ ਕੰਮ ਵੀ ਜ਼ਰੂਰੀ ਹੈ ਜੀ, ਮਸਾਂ ਟਾਈਮ ਮਿਲਦਾ ਗਾ। ਜਦੋਂ ਤੱਕ ਅਸੀਂ ਧਰਮ ਸਥਾਨਾਂ ਨੂੰ ਪਿਕਨਿਕ ਸਪੌਟ ਬਣਾ ਲਾਂਗੇ, ਉਹਨਾਂ ਚਿਰ ਪਰਮਾਤਮਾ। ਔਰ ਇੱਕ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਦੱਸਾਂ, ਜਿੰਨੇ ਧਰਮ ਸਥਾਨ ਨੇ ਉਹਨਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਉੱਥੋਂ ਕੀ ਮਿਲਦਾ ਹੈ? ਤੁਸੀਂ ਪਾਪਾਂ ਦੀਆਂ ਪੰਡਾਂ ਲਾਏ ਆਉਂਦੇ ਹੋ ਤੇ ਪੁੰਨਾਂ ਦੀਆਂ ਪੰਡਾਂ ਚੱਕ ਲਿਆਉਂਦੇ ਹੋ। ਉੱਥੇ ਪੁੰਨ ਹੋ ਰਹੇ ਆ, ਲੋਕ ਬਾਣੀ ਪੜ੍ਹ ਰਹੇ ਆ, ਗੁਰਬਾਣੀ ਪੜ੍ਹ ਰਹੇ ਆ, ਸ਼ਰਧਾ, ਲੋਕ ਤਰ੍ਹਾਂ ਤਰ੍ਹਾਂ ਦੀ ਆਪਣੀ ਸਪਿਰਿਚੁਅਲ ਗੱਲ ਕਰਦੇ ਆ, ਉਸ ਈਸ਼ਵਰ ਨੂੰ ਸਮਰਪਣ ਹੁੰਦੇ ਆ। ਹੁਣ ਜਿਹੜੀਆਂ ਆਪਾਂ ਗਏ ਸੀ, ਪਾਪਾਂ ਦੀਆਂ ਪੰਡਾਂ ਤਾਂ ਲਾਤੀਆਂ ਤੇ ਪੁੰਨ ਦੀਆਂ ਪੰਡਾਂ ਚੱਕ ਕੇ ਆਪਣੇ ਘਰ ਨੂੰ ਆ ਗਏ। ਹੁਣ ਹੈਰਾਨੀ ਦੀ ਗੱਲ, ਮੈਨੂੰ ਇੱਕ ਬੰਦੇ ਨੇ ਐਂ ਸਵਾਲ ਕਰ ਲਿਆ, ਕਹਿੰਦਾ ਜੀ ਫਿਰ ਜਿਹੜੀਆਂ ਪੰਡਾਂ ਉੱਥੇ ਤੁਸੀਂ ਪੁੰਨਾਂ ਦੀਆਂ ਤਾਂ ਲੈ ਗਏ ਜੀ ਚੱਕ ਕੇ, ਜਿਹੜੇ ਅੰਦਰ ਬੈਠੇ ਸੀ, ਤੇ ਪਾਪਾਂ ਦੀਆਂ ਪੰਡਾਂ ਦੇ ਤਾਂ ਢੇਰ ਲੱਗ ਜਾਣੇ ਆ, ਫਿਰ ਉਹ ਕੌਣ ਚੱਕ ਕੇ ਲੈ ਜਾਊ? ਮੈਂ ਕਿਹਾ ਭਾਈ ਉਹ ਚੱਕਣ ਵਾਲੇ ਵੀ ਬਹੁਤ ਹੈਗੇ ਆ। ਉਹ ਚੱਕ ਕੇ ਲੈ ਜਾਣੀ ਆ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਨਹੀਂ ਮਾੜੀ ਨਿਗਾਹ ਦੇਖਦੇ ਆ। ਉੱਥੇ ਆ ਕੇ ਉਹ ਪਾਪਾਂ ਦੀਆਂ ਪੰਡਾਂ ਚੱਕ ਕੇ ਕਿਹਨਾਂ ਨੇ ਲੈ ਜਾਣੀਆਂ? ਜਿਹੜੇ ਸਰੋਵਰਾਂ ਦੇ ਵਿੱਚ ਨਹਾ ਕੇ ਕਿਸੇ ਦੀਆਂ ਧੀਆਂ ਭੈਣਾਂ ਨਹੀਂ ਅੱਖਾਂ ਭਰ ਕੇ ਨਿਗਾਹ ਨਾਲ ਦੇਖ ਰਹੇ ਆ। ਉਹ ਪਾਪਾਂ ਦੀਆਂ ਪੰਡਾਂ ਉਹਨਾਂ ਨੇ ਚੱਕ ਕੇ ਲੈ ਜਾਣੀਆਂ ਜਿਹੜੀਆਂ ਉਸ ਗੁਰੂ ਘਰ ਦੀ ਪਵਿੱਤਰ ਜਗ੍ਹਾ ਦੇ ਉੱਤੇ ਜਾ ਕੇ ਆਪਣੇ ਅੰਗ ਪੈਰ, ਆਪਣੀਆਂ ਇੰਦਰੀਆਂ ਨੂੰ ਕੰਟਰੋਲ ਨਹੀਂ ਕਰ ਸਕਦੇ, ਜਿਹੜੇ ਪਿਕਨਿਕ ਸਪੌਟ ਬਣਾ ਕੇ ਲੈ ਜਾਂਦੇ ਆ। ਫਿਰ ਆ ਕੇ ਲਾਂਭੇ ਪਤਾ ਕੀ ਦੇਣਗੇ? ਮੈਂ ਗਿਆ ਤਾਂ ਫਲਾਨੇ ਥਾਂ ਸੀਗਾ ਜੀ, ਮੱਸਿਆ ਤੇ ਆਉਂਦੇ ਆਉਂਦੇ ਮੋਟਰਸਾਈਕਲ ਡਿੱਗ ਪਿਆ ਤੇ ਲੱਤ ਟੁੱਟ ਗਈ। ਤੇ ਲੱਤ ਹੁਣ ਮੈਂ ਕਿਹਾ ਤੇਰੇ ਬਾਪੂ ਦੀ ਟੁੱਟਣੀ ਹੈ। ਜਿਹੜੇ ਪਿਕਨਿਕ ਸਪੌਟ ਗਿਆ ਧਰਮ ਸਥਾਨ ਤੇ ਸੀਗਾ, ਪਾਪਾਂ ਦੀਆਂ ਪੰਡਾਂ ਲਾ ਕੇ ਪੁੰਨਾਂ ਦੀਆਂ ਪੰਡਾਂ ਲੈਣ, ਤੇ ਬਸ ਚੱਕ ਕੇ ਪਾਪ ਦੀ ਪੰਡ ਲਿਆਇਆ। ਜਿਹਦੀ ਚੱਕ ਕੇ ਲਿਆਇਆ ਤੇ ਉਹਨੇ ਫਿਰ ਕੋਈ ਨਾ ਕੋਈ ਤਾਂ ਕਰਾਮਾਤ ਕਰਨੀ ਹੈ ਨਾ। ਗਿਆ ਸੀ ਪਹਾੜਾਂ 'ਚ ਜੀ, ਮਸਾਂ ਠੰਡ ਹੋਏ ਜੀ, ਕੀਰਤਨ ਕਰਦੇ ਗਏ, ਤੇ ਜਾ ਕੇ ਕੀਰਤਨ ਕਰਦੇ ਕਰਦੇ ਤੇ ਉੱਥੇ ਪਾਪਾਂ ਦੀ ਪੰਡ ਸਿਰ ਤੇ ਧਰ ਲਈ। ਉੱਥੇ ਮਾੜੀ ਨਿਗਾਹ ਦੇਖ ਲਈ, ਕਿਸੇ ਦਾ ਪਰਸ ਚੱਕ ਲਿਆ, ਕਿਸੇ ਦਾ ਮੋਬਾਈਲ ਚੱਕ ਲਿਆ, ਮੋਟਰਸਾਈਕਲ ਚੋਰੀ ਕਰ ਲਿਆ, ਕਿਸੇ ਦੀ ਜੇਬ ਕੱਟਤੀ, ਕਿਸੇ ਦਾ ਕੋਈ ਸਮਾਨ ਇਕੱਠਾ ਕਰ ਲਿਆ, ਕਿਸੇ ਦਾ ਕੋਈ ਸਮਾਨ ਇਕੱਠਾ ਕਰ ਲਿਆ। ਤੇ ਆਉਂਦੇ ਆਉਂਦੇ ਜੀ ਕਹਿੰਦੇ ਟੈਂਪੂ ਡਿੱਗ ਪਿਆ ਜੀ ਖਾਈ ਦੇ ਵਿੱਚੋਂ। ਤੇਰੀਆਂ ਪਾਪਾਂ ਦੀਆਂ ਪੰਡਾਂ ਦਾ ਬੋਝ ਇੰਨਾ ਹੋ ਗਿਆ, ਤੂੰ ਤਾਂ ਮਰਨਾ ਸੀ, ਨਾਲ 4 ਹੋਰ ਮਾਰਤੇ। ਇਸੇ ਕਰਕੇ ਜਿਹੜੇ ਲੋਕ ਧਰਮ ਸਥਾਨਾਂ ਤੇ ਜਾਂਦੇ ਆ, ਜਦੋਂ ਤੱਕ ਇੰਨੀ ਸ਼ਰਧਾ ਅੰਦਰੋਂ, ਉਹ ਪ੍ਰੇਮ ਵਾਲੀ ਸ਼ਰਧਾ ਨਾ ਬਣੇ, ਉਹਨਾਂ ਚਿਰ ਬੇਸ਼ੱਕ ਟਾਈਮ ਪਾਸ ਤੁਸੀਂ ਪਾਰਕ 'ਚ ਕਰ ਲਓ, ਪਿਕਨਿਕ 'ਚ ਕਰ ਲਓ, ਥੀਏਟਰ 'ਚ ਕਰ ਲਓ, ਕਲੱਬ 'ਚ ਕਰ ਲਓ, ਸ਼ਰਾਬ ਪੀਣ ਵਾਲੇ ਜੂਏ ਖਾਨੇ 'ਚ ਕਰ ਲਓ, ਤੇ ਚਾਹੇ ਮੰਦਰ ਗੁਰਦੁਆਰੇ ਕਰ ਲਓ। ਗੱਲ ਇੱਕੋ ਹੀ ਆ, ਜੇ ਤੁਸੀਂ ਟਾਈਮ ਪਾਸ ਕਰਨਾ ਹੈ। ਗੱਲ ਤਾਂ ਟਾਈਮ ਸਫਲ ਦੀ ਹੈ। ਕਰਨਾ ਤਾਂ ਟਾਈਮ ਪਾਸ ਸੀ, ਫੇਲ ਟਾਈਮ ਕਿਹਦਾ ਹੁੰਦਾ? ਕੁੱਤੇ ਵਿਚਾਰਿਆਂ ਨੂੰ ਰੋਟੀ ਨਾ ਪਾਓ, ਜਿੱਥੇ ਬੈਠੇ ਆ, ਕਿਤੇ ਟਾਈਮ ਫੇਲ ਹੋ ਰਿਹਾ? ਭੁੱਖੇ ਨਹੀਂ ਸੌਂਦੇ। ਜਿਹੜਾ ਬੰਦਾ ਜਿੱਥੇ ਬਿਠਾਇਆ 84 ਲੱਖ ਜੂਨ ਉੱਥੇ ਹੀ ਬੈਠੀ ਆ, ਕਿਸੇ ਦਾ ਟਾਈਮ ਫੇਲ ਨਹੀਂ ਹੋ ਰਿਹਾ। ਪਰ ਬੰਦੇ ਨੂੰ ਤਾਂ ਇਸ ਜੂਨੀ 'ਚ ਲਿਆਂਦਾ ਕਿ ਹੁਣ ਟਾਈਮ ਸਫਲ ਕਰਨ ਦੀ ਗੱਲ ਹੈ। ਪਰ ਅਸੀਂ ਤਾਂ ਆਪ ਉਲਝ ਗਏ ਜੀ, ਹੋਰ ਤਾਣੇ ਬਾਣਿਆਂ 'ਚੋਂ ਇੰਨੇ ਕੁ ਜ਼ਿਆਦਾ ਉਲਝ ਗਏ ਵੀ ਹੁਣ ਇਹਨਾਂ 'ਚੋਂ ਨਿਕਲਣਾ ਬਹੁਤ ਔਖਾ ਹੀ ਨਹੀਂ ਹੈਗਾ। ਹਰ ਬੰਦਾ ਆਪਣੀ ਗੱਲ ਕਰ ਰਿਹਾ ਧਰਮ ਸਥਾਨ ਦੇ ਉੱਤੇ ਜਾ ਕੇ ਤਾਂ ਗੱਲ ਇਹ ਕਰਨੀ ਸੀਗੀ ਵੀ ਹੇ ਦਾਤਾ ਤੂੰ ਆਪਣੀ ਮੱਤ ਅਨੁਸਾਰ ਮੈਨੂੰ ਗੱਲ ਦੇ। ਪਰ ਉਹਦੇ ਦਰ ਤੇ ਕੋਈ ਕਮੀ ਨਹੀਂ ਹੈਗੀ। ਅਸੀਂ ਮੰਗੇ ਤੁਰੇ ਜਾਂਦੇ ਹਾਂ, ਮੰਗਤੇ ਵਾਲਾ ਹਾਲ ਆ। ਰੋਜ਼ ਹੀ ਬੱਚਾ ਆਪਣੇ ਤੋਂ ਕੋਈ ਚੀਜ਼ ਮੰਗਦਾ ਰਹੇ ਨਾ, ਆਪਾਂ ਵੀ ਇਹ ਗੱਲ ਕਹਿੰਦੇ ਹਾਂ ਵੀ ਯਾਰ ਤੇਰਾ ਤਾਂ ਰੋਜ਼ ਦਾ ਕੰਮ ਆ, ਕਦੇ ਤਾਂ ਥੈਂਕ ਯੂ ਕਹਿ ਦਿਆ ਕਰ। ਤੁਸੀਂ ਸਵੇਰੇ ਉੱਠਦੇ ਹੋ, ਕਦੇ ਥੈਂਕ ਯੂ ਨਹੀਂ, ਸ਼ਾਮ ਨੂੰ ਸੌਂਦੇ ਹੋ, ਕਦੇ ਥੈਂਕ ਯੂ ਨਹੀਂ। ਤੁਹਾਨੂੰ ਕੱਪੜੇ ਦਿੱਤੇ, ਟੌਰ ਦਿੱਤੀ, ਗੱਡੀਆਂ ਕਾਰਾਂ ਦਿੱਤੀਆਂ, ਮਕਾਨ ਦਿੱਤੇ, ਬੱਚੇ ਦਿੱਤੇ। ਥੈਂਕ ਯੂ ਦਾ
ਅਸੀਂ ਤੁਸੀਂ ਥੈਂਕ ਯੂ ਦੀ ਗੱਲ ਕਰਦੇ ਹੋ, ਇਹ ਥੈਂਕ ਯੂ ਦਾ ਕੋਈ ਅੰਦਾਜ਼ ਹੁੰਦਾ ਜਾਂ ਸੁੱਕਾ ਥੈਂਕ ਯੂ ਦੀ ਗੱਲ ਕਰ ਰਹੇ ਹੋ ਤੁਸੀਂ, ਜਾਂ ਉਹ ਥੈਂਕ ਯੂ ਕਿਸੇ ਨੂੰ ਕੁਝ ਦੇਣਾ ਹੁੰਦਾ? ਫਰੂਕੀ ਸਾਹਿਬ, ਮੈਂ ਤਾਂ ਇਹ ਸਮਝਦਾ ਕਿ ਬੰਦਾ ਜੇ 24 ਘੰਟੇ ਹੀ ਪ੍ਰਮਾਤਮਾ ਦਾ ਥੈਂਕ ਯੂ ਕਰਦਾ ਰਹੇ ਨਾ ਤਾਂ ਵੀ ਥੋੜਾ ਹੈ। ਤੁਸੀਂ ਮਾਂ-ਬਾਪ ਨੇ ਤੁਹਾਨੂੰ ਪੈਦਾ ਕੀਤਾ। ਪਿਛਲੇ ਇੰਟਰਵਿਊ 'ਚ ਮੈਂ ਕਿਤੇ ਗੱਲ ਕਹਿਤੀ ਕਿ ਮਾਂ ਦੇ ਰਿਣ ਤੋਂ ਬਚਿਆ ਜਾ ਸਕਦਾ, ਪਿਤਾ ਦੇ ਰਿਣ ਤੋਂ ਬਚਿਆ ਜਾ ਸਕਦਾ, ਪਰ ਪ੍ਰਮਾਤਮਾ ਦੇ ਰਿਣ ਤੋਂ ਕਿਵੇਂ ਬਚੋਗੇ? ਤਾਂ ਬਹੁਤੇ ਬੰਦੇ ਨੇ ਸਵਾਲ ਕਰਤੇ ਆ ਕੇ, ਕਹਿੰਦੇ ਜੀ ਤੁਸੀਂ ਮਾਂ ਦੇ ਕਰਜ਼ ਤੋਂ ਕਿਵੇਂ ਬਚ ਸਕਦੇ ਹੋ? ਮੈਂ ਕਿਹਾ ਮਾਂ ਪੈਦਾ ਕਰ ਸਕਦੀ ਹੈ, ਤੇ ਬੇਬੇ ਆਪਦੀ ਨੂੰ ਕਹਿ ਤਾਂ ਆਕਸੀਜਨ ਪੈਦਾ ਕਰਕੇ ਦਿਖਾਵੇ। ਮਾਂ ਪੈਦਾ ਕਰ ਸਕਦੀ ਹੈ ਤੇ ਮਰਨ ਵਾਲੇ ਦਿਨ ਤੋਂ ਬਚਾ ਕੇ ਦਿਖਾ ਦੇਵੇ। ਮਾਤਾ ਦੇ ਉਦਰ 'ਚ ਪੈਦਾ ਹੋਇਆ ਤੂੰ, ਤੇਰੇ ਮਾਤਾ ਦੇ ਖੂਨ ਨਾਲ ਤੇ ਪਿਤਾ ਦੇ ਬਿੰਦ ਨਾਲ ਤੂੰ ਬਣਿਆ, ਤੇ ਜਿਹੜੇ ਸਰੀਰ ਨੂੰ ਤੈਨੂੰ ਬਣਾਇਆ ਤੇਰਾ ਨੀਗਾ, ਇਹ ਉਧਾਰ ਖਾਤੇ ਆਇਆ ਹੋਇਆ ਹੈ। ਜੇ ਤੇਰੇ 'ਚ ਇੰਨੀ ਪਾਵਰ ਹੈਗੀ ਆ ਤੇ ਫਿਰ ਫੂਕ ਮਾਰ ਕੇ ਬਣਾ ਦੇਗਾ। ਤੁਸੀਂ ਦੇਖੋ ਵੀ ਮਾਤਾ ਨੇ ਆਪਣਾ ਬਲੱਡ ਦਿੱਤਾ ਤੇ ਪਿਤਾ ਨੇ ਸੀਮਨ ਦਿੱਤਾ, ਦੋਨਾਂ ਨਾਲ ਬੱਚਾ ਪੈਦਾ ਹੋਇਆ ਨਾ। ਤੇ ਫਿਰ ਜੇ ਇੰਨੀ ਚਮਤਕਾਰ ਕਿਸੇ 'ਚ ਗੱਲ ਹੈਗੀ ਆ ਤੇ ਮਾਰ ਦੇਵੇ ਕਿਸੇ ਦੇ ਫੂਕ ਪੇਟ ਦੇ ਉੱਤੇ ਤੇ ਕਰ ਦੇਵੇ ਬੱਚਾ ਪੈਦਾ। ਪਰ ਅੱਜ ਕੱਲ੍ਹ ਹੋ ਤਾਂ ਹੀ ਰਿਹਾ, ਫੂਕਾਂ ਹੀ ਮਾਰੀਆਂ ਜਾ ਰਹੀਆਂ ਨੇ। ਮੈਂ ਉਹ ਗੱਲ ਤੁਹਾਨੂੰ ਫਿਰ ਵਿਸਥਾਰ 'ਚ ਦੱਸ ਚੁੱਕਿਆ ਕਿ ਫੂਕ ਕਿਸੇ ਦੇ ਸਿਰ ਤੇ ਮਾਰੀ ਜਾ ਸਕਦੀ ਹੈ, ਸਵਾਦ ਤਾਂ ਇਸ ਗੱਲ ਦਾ ਵੀ ਆਪਦੇ ਸਿਰ ਤੇ ਫੂਕ ਮਾਰ ਕੇ ਦਿਖਾਓ। ਇਸ ਕਰਕੇ ਕਰਤਾ ਪੁਰਖ ਨਾ ਬਣੋ। ਜਦੋਂ ਤੁਸੀਂ ਉਹਦੀ ਰਿਆਮਤ 'ਚ ਖਿਆਮਤ ਕਰੋਗੇ ਨਾ, ਉਹਨੇ ਕਦੋਂ ਤੁਹਾਡੀ ਪੀੜੀ ਦੇ ਥੱਲੇ ਲਿਆ ਕੇ। ਮੈਂ ਤੁਹਾਨੂੰ ਇੱਕ ਸਿੰਪਲ ਉਦਾਹਰਨ ਦਿੰਦਾ। ਮੇਰੇ ਕੋਲ 10 ਕੁ ਦਿਨ ਪਹਿਲਾਂ ਇੱਕ ਮਹਾਂਪੁਰਸ਼ ਆ ਕੇ, ਉਹਨਾਂ ਦਾ ਨਾਮ ਸੀਗਾ ਤਰਕਾਲੂ ਜੀ ਮਹਾਰਾਜ। ਮੈਂ ਕਿਹਾ ਮਹਾਰਾਜ ਤੁਸੀਂ ਕੀ ਕੰਮ ਕਰਦੇ ਹੋ? ਕਹਿੰਦੇ ਜੀ ਤੁਹਾਨੂੰ ਨਹੀਂ ਪਤਾ, ਤੁਸੀਂ ਤਾਂ ਬਹੁਤ ਛੋਟੀ ਉਮਰ 'ਚ ਹੋ। ਮੈਂ ਕਿਹਾ ਬਿਲਕੁਲ ਠੀਕ ਹੈ, ਬੱਚਾ ਮੈਂ ਤਾਂ। ਤੇ ਪ੍ਰਮਾਤਮਾ ਅੱਗੇ ਫਰੂਕੀ ਸਾਹਿਬ ਮੈਂ ਤੁਹਾਡੇ ਜ਼ਰੀਏ ਨੇ ਗੱਲ ਦੱਸਣੀ ਚਾਹੁੰਦਾ ਕਿ ਪ੍ਰਮਾਤਮਾ ਆਪਣਾ ਬੱਚਾ ਬਣਾਈ ਰੱਖੀ, ਕਿਤੇ ਮੈਨੂੰ ਮਦਾਰੀ ਨਾ ਬਣਾ ਦੀ, ਕਿਤੇ ਮੈਨੂੰ ਉਹ ਨਾ ਬਣਾ ਦੀ ਵੀ ਤੇਰੀ ਦਰਗਾਹ 'ਚ ਮੇਰੀ ਹਾਜ਼ਰੀ ਕੋਈ ਨਾ ਹੋਵੇ, ਕਿਤੇ ਉੱਥੇ ਗਏ ਦੇ ਉਹ ਡੰਡੇ ਮੇਰੇ ਪੈਣ ਵੀ ਤੂੰ ਲੋਕਾਂ ਨੂੰ ਆਸ਼ੀਰਵਾਦ ਦਿੰਦਾ ਰਿਹਾ ਨਾ, ਤੇ ਮੇਰੀ ਟੁੱਟੀ ਹੋਈ ਪਿੱਠ ਨੂੰ ਕੋਈ ਸਾਂਭਣ ਵਾਲਾ ਨਾ ਹੋਵੇ, ਕਿਉਂਕਿ ਉੱਥੇ ਮਾਤਾ ਨਹੀਂ ਬੈਠੀ ਹੈਗੀ। ਮੈਂ ਲੋਕਾਂ ਨੂੰ ਅਰਦਾਸ ਕਰਦਾ ਵੀ ਉਹਦੀ ਦਰਗਾਹ ਦੇ ਵਿੱਚ ਜਾ ਕੇ ਮਨਜ਼ੂਰ ਹੋ ਜਾਓ, ਡਰਿਓ ਉਹਦੇ ਤੋਂ। ਅੱਜ ਕਿਹੋ ਜਿਹੇ ਹਾਲਾਤ ਨੇ ਸਾਡੇ। ਤਰਕਾਲੂ ਜੀ ਮਹਾਰਾਜ ਮੇਰੇ ਕੋਲੇ ਆ ਗਏ ਤੇ ਮੈਨੂੰ ਕਹਿੰਦੇ ਜੀ ਮੈਨੂੰ 3 ਕਾਲ ਦਿੰਦੇ ਆ। ਤੇ ਮੈਂ ਕਿਹਾ ਜੀ 3 ਕਾਲ ਕਿਹੜੇ ਕਿਹੜੇ? ਕਹਿੰਦੇ ਜਿਹੜਾ ਲੰਘ ਗਿਆ ਉਹ ਵੀ ਦਿੰਦਾ, ਜਿਹੜਾ ਹੋਣ ਵਾਲਾ ਕਾਲ ਆ ਇਹ ਵੀ ਦਿੰਦਾ, ਤੇ ਜਿਹੜਾ ਅੱਗੇ ਆਉਣਾ ਉਹ ਵੀ ਦਿੰਦਾ। 15 ਕੁ ਮਿੰਟ ਬੈਠੇ, ਜਿਹੋ ਜਿਹਾ ਜਲ ਪਾਣੀ ਇੱਥੇ ਗਰੀਬ ਖਾਨੇ 'ਚ ਹੈਗਾ, ਪ੍ਰਸ਼ਾਦਾ ਛਕਾਇਆ, ਉਹਨਾਂ ਨੂੰ ਸਾਰੀ ਗੱਲ ਕੀਤੀ। ਤੇ ਮੈਨੂੰ ਕਹਿੰਦੇ ਬਹੁਤ ਕਾਹਲੀ ਆ ਜੀ, ਮੈਂ ਨਾ PGI ਜਾਣਾ ਚੰਡੀਗੜ੍ਹ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੇ ਜੀ ਬਸ ਪੈਰ 'ਤੇ ਪੱਟੀ ਕਰਾਉਣੀ ਆ, ਤੇ ਉਹ ਜ਼ਖਮ ਬਹੁਤ ਵੱਡਾ ਹੋਇਆ ਵਾ, ਤੇ ਉੱਥੇ ਜਾ ਕੇ ਡਾਕਟਰ ਤੋਂ ਅਪੋਇੰਟਮੈਂਟ ਲੈਣੀ। ਮੈਂ ਕਾਹਦੀ ਪੱਟੀ ਕਰਾਉਣੀ ਆ? ਕਹਿੰਦੇ ਜੀ ਕੁੱਤਾ ਕੱਟ ਗਿਆ। ਹੁਣ 3 ਕਾਲ ਦਿਖਣ ਵਾਲੇ ਬੰਦੇ ਨੂੰ ਤੇ ਕੁੱਤੇ ਦਾ ਪਤਾ ਨਹੀਂ ਲੱਗਿਆ ਵੀ ਗੂਠਾ ਵੱਢ ਗਿਆ। ਤਰਕਾਲ ਅਸੀਂ ਨਾਮ ਆਪਣੇ ਮੁਤਾਬਕ ਰੱਖ ਲਏ, ਅਸੀਂ ਨਾਮ ਆਪਣੇ ਮੁਤਾਬਕ ਤਾਂ ਰੱਖ ਲਿਆ, ਪਰ ਜੀਵਨ ਆਪਣੇ ਮੁਤਾਬਕ ਕਿਵੇਂ ਢਾਲਾਂਗੇ? ਇਸ ਕਰਕੇ ਉਹਦੀ ਰਿਆਮਤ 'ਚ ਖਿਆਮਤ ਪਾਉਣ ਦੇ ਜਿਹੜੇ ਲੋਕ ਕੰਮ ਕਰ ਰਹੇ ਆ, ਕਿਤੇ ਨਾ ਕਿਤੇ ਉਹਨਾਂ ਨੂੰ ਭੋਗਣਾ ਪੈਣਾ। ਬਹੁਤ ਡੇਂਜਰ ਉਹਦਾ ਸਿਸਟਮ ਆ, ਉਹਦੇ ਤੋਂ ਡਰ ਕੇ ਰਹੋ। ਉਹਦੀ ਜੇ ਅਗਨੀ ਉਹਨੇ ਇੱਕ ਵਾਰ ਹਵਾ ਚੱਲ ਰਹੀ ਹੈ, ਕਿਸੇ ਨੂੰ ਅਡਾਉਂਦੀ ਨਹੀਂ, ਕਿਸੇ ਨੂੰ ਦੁੱਖ ਨਹੀਂ ਦਿੰਦੀ। ਅੱਜ ਸੰਸਾਰ ਜਿੱਡਾ ਵੱਡਾ ਪੈਦਾ ਕੀਤਾ ਹੋਇਆ, ਇਸ ਤੋਂ 4 ਗੁਣਾ ਹੋਰ ਸੰਸਾਰ ਹੋ ਜੇ, ਕੀ ਤੁਹਾਨੂੰ ਲੱਗਦਾ ਆਕਸੀਜਨ ਦੀ ਕਮੀ ਹੋ ਸਕਦੀ ਹੈ? ਅਸੀਂ ਕਿਉਂ ਇਹਦੇ ਸਿਸਟਮ 'ਚ ਉਲਝ ਗਏ ਕਿ ਅਸੀਂ ਆਪ ਸੰਸਾਰ ਨੂੰ ਚਲਾਉਣਾ ਸ਼ੁਰੂ ਕਰਤਾ? ਪਤਾ ਤਾਂ ਸਾਡਾ ਆਪ ਦਾ ਕੱਲ੍ਹ ਦਾ ਹੈ ਨਹੀਂਗਾ। ਇਸ ਕਰਕੇ ਪ੍ਰੇਮ ਦੀ ਪਰਿਭਾਸ਼ਾ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਛੋਟੇ ਬੱਚੇ ਪ੍ਰੇਮ ਸਿੱਖਣ। ਅੱਜ ਛੋਟੇ ਛੋਟੇ ਬੱਚਿਆਂ ਨੂੰ ਚਾਚੇ ਤਾਏ ਭੂਆ ਫੁੱਫੜ ਕੀ ਸਿਖਾ ਰਹੇ ਆ? ਮਾਂ ਆਪਣੇ ਬੱਚੇ ਨੂੰ ਕੀ ਸਿਖਾ ਰਹੀ ਹੈ? ਛੋਟੇ ਜਿਹੇ ਨੂੰ ਤੇਰਾ ਚਾਚਾ ਤੇ ਤੇਰੀ ਭੂਆ ਠੀਕ ਨਹੀਂ ਹੈਗੇ। ਉਹਦੀ ਕੋਰੀ ਸਲੇਟ ਦੇ ਵਿੱਚ ਅਸੀਂ ਪਹਿਲੇ ਦਿਨ ਹੀ ਲਿਖਤਾ ਵੀ ਤੇਰੀ ਭੂਆ ਤੇ ਤੇਰਾ ਚਾਚਾ ਠੀਕ ਨਹੀਂ ਸੀ। ਉਹ ਵੱਡਾ ਹੁੰਦਾ 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 ਉਹਦੇ ਦਿਮਾਗ 'ਚ ਫਿੱਟ ਹੋ ਗਈ ਵੀ ਮੈਂ ਨਾ ਮੇਰਾ ਚਾਚਾ ਠੀਕ ਆ ਤੇ ਨਾ ਮੇਰੀ ਭੂਆ ਠੀਕ ਆ। ਹੋ ਸਕਦਾ ਭਾਜੀ ਮੈਂ ਹੀ ਗਲਤ ਹੋਵਾਂ, ਮੈਂ ਕਿਵੇਂ ਸਰਟੀਫਿਕੇਟ ਚੱਕੀ ਫਿਰਦਾ ਵੀ ਉਹ ਗਲਤ ਨੇ। ਕੋਸ਼ਿਸ਼ ਕਰ ਰਹੇ ਆ ਕਿ ਸ਼ਾਇਦ ਕੁਛ ਨਾ ਕੁਛ। ਫਿਰ ਇਹਦੇ ਨਾਲ ਨਾਲ ਐਜੂਕੇਸ਼ਨ ਦਾ ਕੰਮ ਆ। ਬੱਚੇ ਪੜ੍ਹੇ ਲਿਖੇ ਆ, ਬਾਹਰ ਜਾਣ ਵਾਸਤੇ ਕਾਫੀ ਥਾਵਾਂ 'ਤੇ ਕੰਪਿਊਟਰ ਸੈਂਟਰ ਬਣਾ ਰਹੇ ਆ, ਆਈਲੈਟ ਸੈਂਟਰ ਬਣ ਰਹੇ ਆ। ਬੱਚੇ ਐਜੂਕੇਟਡ ਹੋ ਜਾਣ, ਕਿਸੇ ਵੀ ਗੱਲ ਨੂੰ ਪ੍ਰੈਕਟੀਕਲ ਤੋਂ ਬਿਨਾਂ ਸਵਾਲ ਨਾ ਕਰਨ।
ਪਾਠ ਕਰਾਉਣਾ ਹੈ ਤਾਂ ਕਿਉਂ ਕਰਾਉਣਾ ਹੈ, ਤੇ ਪਾਠ ਕੀਤਾ ਤਾਂ ਉਹਦਾ ਫਰਕ ਕੀ ਪਿਆ। ਜੇ ਮੈਂ ਪਾਠ ਕਿਸੇ ਨੂੰ ਕਹਿ ਰਿਹਾ ਕਿ ਡੇਰੇ ਦੇ ਵਿੱਚ ਕਰੋ, ਤਾਂ ਸਵਾਲ ਇਹ ਹੈ ਕਿ ਪਾਠ ਤੋਂ ਬਾਅਦ ਕੀ ਤਬਦੀਲੀ ਆਈ। 20 ਸਾਲ ਹੋ ਗਏ ਮੈਨੂੰ ਪਾਠ ਕਰਾਉਂਦੇ ਨੂੰ ਇੱਥੇ, ਤੇ ਬਾਪੂ ਘਰੇ ਗਿਆ ਨੂੰ ਹਜੇ ਵੀ ਮਾਂ ਭੈਣ ਦੀਆਂ ਗਾਲਾਂ ਕੱਢੀ ਜਾਂਦਾ ਗਾ। ਤਬਦੀਲੀ ਆ ਗਈ। ਸੁਭਾਅ ਤਾਂ ਮੇਰਾ ਬਦਲਿਆ ਨਾ। 70 ਸਾਲ ਮੇਰੀ ਆਯੂ ਹੋ ਗਈ, ਹੰਕਾਰ ਮੇਰੇ 'ਚ ਇੰਨਾ। ਇੱਕ ਬਿਮਾਰੀ ਹੈ ਬਹੁਤ ਵੱਡੀ, ਜਿਹੜੀ ਅਸੀਂ ਅਮਰੀਕਾ ਦੇ ਵਿੱਚ ਜਾ ਕੇ ਸਰਚ ਕੀਤੀ ਤੇ ਇੰਡੀਅਨ ਬੰਦਿਆਂ ਦੇ ਉੱਤੇ ਦੇਖੀ। ਵਾਈਟ ਹੇਅਰ ਡਿਸਆਰਡਰ। ਦੁਨੀਆ ਦੀ ਸਭ ਤੋਂ ਵੱਡੀ ਇਹ ਬਿਮਾਰੀ ਸਾਨੂੰ ਬਣ ਗਈ, ਜਿਹੜੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ। ਵਾਈਟ ਹੇਅਰ ਡਿਸਆਰਡਰ ਕੀ ਬਣ ਗਿਆ? ਹਰੇਕ ਬੰਦਾ ਚੱਕੀ ਫਿਰਦਾ, ਇਹ ਚਿੱਟੇ ਵਾਲ ਐਵੇਂ ਧੁੱਪੇ ਨਹੀਂ ਹੋਏ, ਤੈਨੂੰ ਸ਼ਾਮੇ ਬਿਠਾ ਦੇਣਾ, ਤੂੰ ਕਾਲੇ ਕਰਕੇ ਦਿਖਾ ਦੀ। ਆ ਪੰਜੇ ਉਂਗਲੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਜੀ, ਤੇ ਪੰਜੇ ਇੱਕੋ ਕਰਕੇ ਕੀ ਕਰਨਾ, ਤੂੰ ਪੇਚਕਸ ਬਣਾਉਣਾ। ਇਹ ਸਾਡੀਆਂ ਜਿਹੜੀਆਂ ਗੱਲਾਂ ਨੇ, ਇੱਕ ਫਜ਼ੂਲ ਐਵੇਂ ਪਾਣੀ ਦੇ ਵਿੱਚ ਮਧਾਣੀ ਹੈ। ਉਸ ਜੋ ਸਿਸਟਮ ਜਿਹਨੇ ਬਣਾਇਆ ਗਾ, ਉਹਦੇ ਤੋਂ ਡਰਨਾ ਚਾਹੀਦਾ, ਉਹਦੇ ਨੇਚਰ ਤੋਂ ਡਰਨਾ ਚਾਹੀਦਾ, ਉਹਦੇ ਬਣਾਏ ਸੰਸਾਰ ਤੋਂ ਡਰਨਾ ਚਾਹੀਦਾ। ਨਿਮਰਤਾ ਦੇ ਕੁੰਜ ਬਣ ਕੇ ਜੇ ਰਹੋਗੇ ਤੇ ਬਹਾਓ ਜਿੱਧਰ ਨੂੰ ਪਾਣੀ ਦਾ ਜਾਊਗਾ, ਜਿਵੇਂ ਨਾਲੀਆਂ ਸਮੁੰਦਰ ਦੇ ਵਿੱਚ ਮੀਨ ਹੋ ਗਈਆਂ। ਜੇ ਤੁਸੀਂ ਕੁਛ ਬਣਨਾ ਹੈ ਤਾਂ ਫਿਰ ਉਹਨੂੰ ਯਾਦ ਰੱਖ ਕੇ ਬਣਿਆ ਜਾ ਸਕਦਾ ਹੈ। ਤੁਸੀਂ ਉਪਦੇਸ਼ ਕਰਕੇ ਗੱਲਾਂ ਦੇ ਵਿੱਚ ਲੋਕਾਂ ਨੂੰ ਗ੍ਰੀਨ ਤਾਂ ਕਰ ਸਕਦੇ ਹੋ। ਮਿੱਠੀਆਂ ਮਿੱਠੀਆਂ ਗੱਲਾਂ ਕਿੰਨੀਆਂ ਚੰਗੀਆਂ ਲੱਗਦੀਆਂ ਨੇ। ਮਾਂ ਬਾਪ ਨੂੰ ਸੇਵਾ ਕਰਨੀ ਚਾਹੀਦੀ ਹੈ, ਜ਼ਰੂਰ ਕਰਨੀ ਚਾਹੀਦੀ ਹੈ। ਮੈਂ ਛੋਟੇ ਬੱਚਿਆਂ ਨੂੰ ਕਹਿੰਦਾ, ਤੁਸੀਂ ਮਾਂ ਬਾਪ ਦੀ ਸੇਵਾ ਕਰਿਆ ਕਰੋ। ਕਹਿੰਦੇ ਸੇਵਾ ਕਰਾਉਣ ਵਾਲਾ ਤਾਂ ਬਣ ਜੇ। ਵਧੀਆ ਪੀ ਕੇ ਤਾਂ ਬੇਬੇ ਦੇ ਥੱਪੜ ਮਾਰੀ ਜਾਂਦਾ। ਹੁਣ ਉਹਨੇ ਸੇਵਾ ਕਰਾਉਣੀ ਕਿ ਬਾਪੂ ਦੀ ਸੇਵਾ ਕਰਨ ਦੀ ਲੋੜ ਹੈ? ਉੱਥੇ ਕੀ ਕਰੂਗਾ ਜੀ ਬੰਦਾ? ਉਹ ਤਾਂ ਸ਼ਰਾਬ ਪੀ ਕੇ ਕਹਿੰਦਾ ਲਲਕਾਰੇ ਮਾਰਦਾ ਗਵਾਂਢੀਆਂ ਨੂੰ ਵੀ ਮੈਂ ਚੱਕ ਦੂੰ ਫੱਟੇ। ਹੁਣ ਸੇਵਾ ਬਾਪੂ ਦੀ ਹੋਣੀ ਚਾਹੀਦੀ ਕਿ ਨਿਆਣਿਆਂ ਦੀ ਹੋਣੀ ਚਾਹੀਦੀ ਹੈ? ਤਬਦੀਲੀ ਕਿੱਥੇ ਰਹਿ ਗਈ? ਜੀਵਨ ਕਿੱਥੇ ਗਲਤ ਹੋ ਗਿਆ? ਸਭ ਤੋਂ ਜ਼ਿਆਦਾ ਜਾਗਰੂਕ ਕਰਨ ਦੀ ਇਹ ਲੋੜ ਹੈ। ਅੰਨ੍ਹੇਵਾਹ ਇੱਕ ਹੈਗਾ ਵਿਸ਼ਵਾਸ, ਇੱਕ ਹੈਗਾ ਅੰਧ ਵਿਸ਼ਵਾਸ। ਅੰਧ ਵਿਸ਼ਵਾਸ 'ਤੇ ਭਰੋਸਾ ਨਾ ਕਰੋ, ਜਾਗਰੂਕ ਹੋਵੋ। ਪਰਮਾਤਮਾ ਨੇ ਸਾਰੀਆਂ ਚੀਜ਼ਾਂ 'ਤੇ ਢੱਕਣ ਲਾਇਆ, ਸਿਰਫ ਕੰਨਾਂ 'ਤੇ ਢੱਕਣ ਨਹੀਂ ਲਾਇਆ। ਅੱਖਾਂ ਨੂੰ ਤੁਹਾਨੂੰ ਤੁਹਾਡੀ ਮਰਜ਼ੀ ਹੈ, ਮਾੜੀ ਚੀਜ਼ ਦੇਖੋ ਨਾ ਦੇਖੋ। ਕੰਨ ਤੁਹਾਨੂੰ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਬਹੁਤ ਉੱਚੇ ਸ਼ਬਦਾਂ 'ਚ ਕਿਹਾ, ਸੁਣੀਏ। ਤੇ ਸੁਣਨੀ ਹੈ ਗੱਲ ਕਿਹੜੀ? ਜਿਹੜੀ ਤੁਹਾਡੀ ਆਤਮਾ ਦੇ ਕਰੰਟ ਤੱਕ ਪਹੁੰਚੇ, ਆਤਮਾ ਦੇ ਡੋਪਾਮਾਈਨ ਤੱਕ ਪਹੁੰਚੇ। ਪਿਛਲੀਆਂ ਵਿਚਾਰਾਂ ਨੂੰ ਡਿਲੀਟ ਰੱਖਣਾ ਗਾ। ਔਰ ਇੱਥੇ ਇੱਕ ਨਵੀਂ ਐਜੂਕੇਸ਼ਨ ਅਸੀਂ ਕੋਸ਼ਿਸ਼ ਕੀਤੀ ਹੈ ਕਿ ਦਿਮਾਗ ਦੇ ਵਿੱਚ ਉਹ ਥਾਟ ਪ੍ਰੋਸੈਸ ਲਿਆਓ ਜਿਨ੍ਹਾਂ ਨੂੰ ਤੁਸੀਂ ਵਿਚਾਰਧਾਰਾ ਨੂੰ ਖ਼ਤਮ ਕਰ ਸਕੋ। ਬਹੁਤ ਸਾਰੇ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੇ ਅੰਦਰ ਹੀ ਵਿਚਾਰਧਾਰਾ ਉਹ ਚੱਲੀ ਜਾਂਦੀ ਹੈ। 20 ਸਾਲ ਪੁਰਾਣੇ ਖਿਆਲ ਅੱਜ ਵੀ ਅੰਦਰ ਚੱਲੀ ਜਾਂਦੇ। ਤਬਦੀਲੀ ਕਿੱਥੋਂ ਆਉਣੀ ਹੈ? ਅਤੇ ਜਿਹੜਾ ਗਲ ਤੱਕ ਪਹਿਲਾਂ ਹੀ ਭਰਿਆ ਹੋਇਆ ਹੈਗਾ, ਜਦ ਤੱਕ ਖਾਲੀ ਨਹੀਂ ਹੋਊਗਾ ਉਹਨੂੰ ਕਿਵੇਂ ਕੁਛ ਕਰ ਸਕਾਂਗੇ? ਖਾਲੀ ਹੋ ਕੇ ਆਓ ਤੇ ਫਿਰ ਤਬਦੀਲੀ ਕੀ ਆਉਂਦੀ ਹੈ ਤੁਸੀਂ ਆਪ ਦੇਖੋਗੇ ਜੀ। ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਵੈਦ ਜਗਦੀਪ, ਜਿਨ੍ਹਾਂ ਨੇ ਬੜੇ ਹੀ ਅਧਿਆਤਮਕ ਪੱਖ ਅੱਜ ਆਪਣੀ ਸ਼ਖਸੀਅਤ ਦਾ ਰੱਖਿਆ। ਔਰ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਗੱਲਬਾਤ ਕਾਫੀ ਤੁਹਾਨੂੰ ਪਸੰਦ ਆਏਗੀ। ਔਰ ਇਹੋ ਉਮੀਦ ਨਾਲ ਕਿ ਅਗਰ ਤੁਹਾਡਾ ਕੋਈ ਹੋਰ ਸਵਾਲ, ਕੋਈ ਜਵਾਬ ਜ਼ਿੰਦਗੀ ਨੂੰ ਲੈ ਕੇ, ਧਰਮ ਨੂੰ ਲੈ ਕੇ ਜਾਂ ਫਿਰ ਧਾਰਮਿਕ ਸਥਾਨਾਂ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਪੈਦਾ ਹੁੰਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ। ਅਗਲੀ ਵਾਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਸਵਾਲ ਨੂੰ ਆਪਣੀ ਵੀਡੀਓ ਦੇ ਵਿੱਚ ਸ਼ਾਮਿਲ ਕਰੀਏ। ਫਿਲਹਾਲ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।